तीजी गल एक पाठ है, एक कहानी, जिस दे विच कहा गया है कि एक परसन है दीनानाथ, ते ओ शहर दे विच आया होया है किसे अपने रिश्तेदार दे घर। ਤਾਂ ਇੱਥੇ ਆ ਕੇ ਉਹ ਲੋਕਾਂ ਦੇ ਲਾਈਫ ਸਟਾਈਲ ਨੂੰ ਦੇਖ ਕੇ, ਲੋਕਾਂ ਦੇ ਰਹਿਣ ਸਹਿਣ ਨੂੰ ਦੇਖ ਕੇ ਕਾਫੀ ਜ਼ਿਆਦਾ ਮਤਲਬ ਹੈਰਾਨੀ ਮਹਿਸੂਸ ਕਰਦਾ ਹੈ ਕਿ ਲੋਕ ਨੇ ਜਿਹੜੇ ਉਹ ਬਹੁਤ ਜ਼ਿਆਦਾ ਮਤਲਬ ਆਰਾਮਦਾਇਕ ਜ਼ਿੰਦਗੀ ਜਿਉਂਦੇ ਨੇ ਆਪਣੇ ਵੱਲੋਂ ਤਾਂ, ਪਰ ਅਸਲ ਦੇ ਵਿੱਚ ਕੀ ਆ, ਉਹ ਕੁਦਰਤ ਦੇ ਨਾਲੋਂ ਕੀ ਨੇ, ਬਹੁਤ ਜ਼ਿਆਦਾ ਦੂਰ ਨੇ। ਠੀਕ ਹੈ, ਕਿ ਕੁਦਰਤ ਦਾ ਉਹਨਾਂ ਨੂੰ ਕੁਝ ਨਹੀਂ ਪਤਾ। ਉਹਨਾਂ ਦੀ ਜਿੰਨੀ ਕੁ ਖਿੜਕੀ ਆ ਉਹਦੇ ਵਿੱਚ ਉਹਨਾਂ ਨੂੰ ਬਾਹਰਲਾ ਆਸਮਾਨ ਦਿਖਦਾ ਹੈ, ਬਾਕੀ ਉਹਨਾਂ ਦੇ ਫਲੈਟਾਂ ਦੇ ਅੰਦਰ ਹੀ ਉਹਨਾਂ ਨੂੰ ਸਾਰਾ ਘਰ-ਬਾਰ ਤੇ ਸਭ ਕੁਝ ਦਿਖਾਈ ਦਿੰਦਾ ਹੈ। ਠੀਕ ਹੈ ਨਾ। ਸੋ ਬੇਟਾ ਇਹ ਜਿਹੜੀ ਕਹਾਣੀ ਹੈ ਉਹ ਦੱਸਦੀ ਹੈ ਕਿ ਲੋਕ ਜਦੋਂ ਕੁਦਰਤ ਤੋਂ ਦੂਰ ਹੋ ਕੇ ਤੰਗ ਘਰਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ, ਮਤਲਬ ਆਪਣੇ ਆਲੇ ਦੁਆਲੇ ਤੋਂ ਦੂਰ ਹੋ ਕੇ ਸਿਰਫ ਇੱਕ ਮਤਲਬ ਛੋਟੀ ਜਿਹੀ ਜਗ੍ਹਾ ਦੇ ਵਿੱਚ, ਕਮਰੇ ਦੇ ਵਿੱਚ ਬੈਠ ਕੇ, ਮਤਲਬ ਇੱਕ ਛੋਟੇ ਜਿਹੇ ਘਰ ਦੇ ਵਿੱਚ ਬੈਠ ਕੇ ਕੁਦਰਤ ਦੇ ਨਜ਼ਾਰੇ ਦੇਖਣ ਦਾ ਉਹਨਾਂ ਕੋਲ ਟਾਈਮ ਨਹੀਂ। ਜਿੰਨਾ ਕੁ ਉਹਨਾਂ ਨੂੰ ਅਸਮਾਨ ਦਿਖਦਾ ਉਹੀ ਉਹਨਾਂ ਨੂੰ ਏਦਾਂ ਲੱਗਦਾ ਵੀ ਬਸ ਸਾਡਾ ਇਹੀ ਅਸਮਾਨ ਹੈ। ਜਦ ਕਿ ਦੀਨਾਨਾਥ ਕੀ ਕਹਿੰਦਾ ਹੈ ਕਿ ਉਹ ਹਮੇਸ਼ਾ ਜਾਂਦਾ ਜਦੋਂ ਮਤਲਬ ਧਰਤੀ ਦੇ ਉੱਪਰ, ਜਿੰਨੀ ਧਰਤੀ ਦੇ ਉੱਪਰ ਉਹ ਪੈਦਲ ਚੱਲਦਾ ਤੇ ਜਿੰਨਾ ਅਸਮਾਨ ਉਹਦੇ ਉੱਪਰ ਸਿਰ ਦੇ ਉੱਪਰ ਹੁੰਦਾ ਉਹ ਸਭ ਕੀ ਹੈ, ਉਸਦਾ ਆਪਣਾ ਹੈ। ਠੀਕ ਹੈ ਨਾ। ਸੋ ਆਪਾਂ ਪੜ੍ਹ ਰਹੇ ਸੀਗੇ ਕਿ ਉਹ ਅਲੱਗ-ਅਲੱਗ ਆਦਤਾਂ ਦੇਖਦਾ ਲੋਕਾਂ ਦੀਆਂ, ਕਿਸ ਤਰ੍ਹਾਂ ਲੋਕ ਸੈਰ ਕਰਨ ਲਈ ਜਾਂਦੇ ਨੇ ਸਕੂਟਰਾਂ ਤੇ, ਮੋਟਰਸਾਈਕਲਾਂ ਦੇ ਉੱਪਰ। ਠੀਕ ਹੈ, ਤੇ ਕੀ ਹੁੰਦਾ ਹੈ, ਸੈਰ ਕਰਨ ਲਈ ਜਾਂਦੇ ਨੇ ਪਾਰਕ ਦੇ ਵਿੱਚ, ਪਰ ਜਾਂਦੇ ਕਾਹਦੇ ਉੱਪਰ ਨੇ, ਮੋਟਰਸਾਈਕਲਾਂ ਤੇ ਸਕੂਟਰਾਂ ਦੇ ਉੱਪਰ। ਤਾਂ ਉਹ ਕੀ ਹੈ, ਉਹ ਸਿਰਫ ਇੱਕ ਦਿਖਾਵਾ ਹੈ। ਜੇ ਤਾਂ ਅਸੀਂ ਕੁਦਰਤ ਦਾ ਆਨੰਦ ਲੈਣਾ ਤਾਂ ਪੈਦਲ ਜਾਂ ਸਾਈਕਲ ਦੇ ਉੱਪਰ ਜਾ ਕੇ ਦੇਖੀਏ ਤਾਂ ਉਹਦਾ ਆਨੰਦ ਵੱਖਰਾ ਹੁੰਦਾ ਹੈ। ਸੋ ਇਸ ਤਰੀਕੇ ਨਾਲ ਇੱਕ ਕਹਾਣੀ ਕਾਫੀ ਸਾਰੀ ਆਪਾਂ ਨੂੰ ਸੰਦੇਸ਼ ਦਿੰਦੀ ਹੈ ਕਿ ਸਾਨੂੰ ਕੁਦਰਤ ਨਾਲ ਜੁੜਨਾ ਚਾਹੀਦਾ ਹੈ। ਜ਼ਿੰਦਗੀ ਹੈ ਜਿਹੜੀ। ਹਾਂਜੀ ਬੇਟਾ। ਆਪਾਂ ਲਾਸਟ ਕਿੱਥੋਂ ਛੱਡਿਆ ਸੀਗਾ ਪੜ੍ਹਨਾ? ਇਹੋ ਤੀਜੀ ਗੱਲ ਸੀ ਜਿਸ ਸਦਕਾ ਦੀਨਾਨਾਥ ਦਾ ਦਿਲ ਖਿੜ ਜਾਂਦਾ। ਪੋਤੇ ਪੋਤੀ ਦਾ ਸਕੂਲ ਹੀ ਜਾਣਾ ਹੀ ਨਹੀਂ, ਸਗੋਂ ਪੜ੍ਹਨ ਜਾਂਦੇ ਬੱਚਿਆਂ ਦੀਆਂ ਟੋਲੀਆਂ ਦਾ ਨਜ਼ਾਰਾ ਉਸਦੇ ਸੀਨੇ ਵਿੱਚ ਠੰਡ ਪਾ ਦਿੰਦਾ। ਠੀਕ ਹੈ, ਸੇਵਾ ਮੁਕਤ ਹੋ ਕੇ ਵੀ ਦੀਨਾਨਾਥ ਨੇ ਡੂੰਘੇ ਸਵੇਰੇ ਉੱਠਣ ਦੀ ਆਦਤ ਨਹੀਂ ਛੱਡੀ। ਚੰਗੀ ਗੱਲ ਇਹ ਹੋਈ ਕਿ ਇੱਥੇ ਸਵਖਤੇ ਉੱਠਣ ਨਾਲ ਉਹਨੂੰ ਟੱਬਰ ਦੀ ਨੀਂਦ ਵਿੱਚ ਵਿਘਨ ਪੈਣ ਦਾ ਡਰ ਨਹੀਂ ਸੀ। ਠੀਕ ਹੈ, ਜਲਦੀ ਉੱਠਣ ਕਰਕੇ ਉਹਨੂੰ, ਵੈਸੇ ਤਾਂ ਪ੍ਰੋਬਲਮ ਇਹ ਹੁੰਦੀ ਹੈ ਵੀ ਅਗਲਾ ਕੋਈ ਇਹ ਨਾ ਮੰਨੇ ਕਿ ਹਾਂ ਵੀ ਆਪ ਉੱਠ ਖੜੇ ਤੇ ਸਾਨੂੰ ਜਲਦੀ ਉਠਾਤਾ ਨਾਲ ਹੀ। ਠੀਕ ਹੈ, ਸੁਦੇਸ਼ ਉਹ ਤੋਂ ਵੀ ਪਹਿਲਾਂ ਉੱਠ ਖਲੋਂਦੀ ਸੀ, ਜਿਹੜੀ ਉਹਦੀ ਭਤੀਜੇ ਦੀ ਵਾਈਫ ਸੀਗੀ। ਉਹਨੇ ਸਤੀਸ਼ ਨੂੰ ਦਫ਼ਤਰ ਤੇ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਸੀ। ਦੀਨਾਨਾਥ ਮੂੰਹ ਧੋਂਦਾ, ਕੁਰਲੀ ਕਰਦਾ, ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰਦਾ ਅਤੇ ਕੁਝ ਦੂਰ ਬਣੇ ਹੋਏ ਪਾਰਕ ਵਿੱਚ ਸੈਰ ਲਈ ਨਿਕਲ ਜਾਂਦਾ। ਜਦੋਂ ਉਹਨੂੰ ਲੱਗਦਾ ਕਿ ਉਹਦੇ ਪੈਰਾਂ ਨੇ ਉਨੀ ਵਾਟ ਕਰ ਲਈ ਹੋਵੇਗੀ ਜਿੰਨੀ ਉਹ ਨਹਿਰ ਦੀ ਪਟਰੀ ਜਾ ਕੇ ਆਉਂਦਾ, ਉਹ ਵਾਪਸ ਤੁਰ ਪੈਂਦਾ। ਠੀਕ ਹੈ ਨਾ। ਸੋ ਸਵੇਰ ਦੀ ਸੈਰ ਕਰਨਾ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ ਬੱਚੇ। ਚਾਹੇ ਕੋਈ ਮਰਜ਼ੀ ਇਨਸਾਨ ਹੈ, ਅਗਰ ਕਿਸੇ ਵੀ ਬੰਦੇ ਨੂੰ ਸਵੇਰ ਦੀ ਸੈਰ ਦੀ ਹੈਬਿਟ ਬਣੀ ਹੋਈ ਹੈ, ਸਵੇਰ ਦੀ ਸੈਰ ਕਰਨਾ ਪਸੰਦ ਕਰਦਾ ਹੈ,
ਤਾਂ ਉਹ ਬੰਦਾ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਵੱਧਦਾ ਹੈ। ਠੀਕ ਹੈ, ਕੁਦਰਤ ਦੇ ਨਜ਼ਾਰੇ ਸਵੇਰੇ ਸਵੇਰੇ ਦੇਖਣੇ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਸਾਰਾ ਦਿਨ ਉਸ ਇਨਸਾਨ ਦਾ ਬਹੁਤ ਹੀ ਅੱਛਾ ਪੋਜ਼ਿਟਿਵਿਟੀ ਚ ਨਿਕਲਦਾ ਹੈ। ਸੋ ਜਿਹੜੇ ਤੁਸੀਂ ਇੱਕ ਗੱਲ ਦੇਖੋ ਬੇਟਾ, ਅਗਰ ਤੁਸੀਂ ਸਵੇਰੇ ਉੱਠਦੇ ਸਾਰ ਫੋਨ ਚੱਕਦੇ ਹੋ ਨਾ, ਠੀਕ ਹੈ, ਸਵੇਰੇ ਉੱਠਦੇ ਸਾਰ ਫੋਨ ਚੱਕ ਕੇ ਸੋਸ਼ਲ ਮੀਡੀਆ ਖੋਲ ਲਿਆ, ਕਿਸੇ ਨੇ ਰਿਕੁਐਸਟ ਭੇਜਦੀ ਹੋਣੀ, ਕਿਸੇ ਨੇ ਸਟੇਟਸ ਪਾਤੇ ਹੋਣੇ, ਤਾਂ ਤੁਸੀਂ ਕਦੇ ਵੀ ਉਹ ਕੁਦਰਤ ਨੇ ਜਿਹੜੀ ਚੀਜ਼ ਵਾਸਤੇ ਸਾਨੂੰ ਇਸ ਦੁਨੀਆ ਤੇ ਭੇਜਿਆ ਉਹਦਾ ਆਨੰਦ ਲੈਣ ਨਹੀਂ ਤਾਂ ਆਪਾਂ ਉਹ ਕਦੇ ਨਹੀਂ ਲੈ ਸਕਦੇ। ਸੋ ਕੋਸ਼ਿਸ਼ ਕਰਿਆ ਕਰੋ ਕਿ ਮਾਰਨਿੰਗ ਵਾਕ ਜਿਹੜੇ ਬੱਚੇ ਕਰ ਸਕਦੇ ਨੇ ਜ਼ਰੂਰ ਕਰਨ। ਜੇ ਮਾਰਨਿੰਗ ਵਾਕ ਨਹੀਂ ਕਰ ਸਕਦੇ, ਆਪਣੇ ਘਰ ਦੇ ਕੋਠੇ ਤੇ ਜਾ ਕੇ 4 ਗੇੜੇ ਲਾ ਲਓ, ਆਲੇ ਦੁਆਲੇ ਕੁਦਰਤ ਨੂੰ ਦੇਖ ਲਓ। ਉਹ ਸਾਡੀਆਂ ਆਈਜ਼ ਦੇ ਲਈ ਤੇ ਸਾਡੀ ਸਿਹਤ ਦੇ ਲਈ ਬਹੁਤ ਵਧੀਆ ਹੁੰਦਾ ਤੇ ਸਾਡੇ ਅੰਦਰ ਪੋਜ਼ਿਟਿਵਿਟੀ ਪੈਦਾ ਹੁੰਦੀ ਹੈ। ਸੋ ਲਾਈਫ ਦੇ ਵਿੱਚ ਸਾਡੇ ਮਾਈਂਡ ਦੇ ਵਿੱਚ ਪੋਜ਼ਿਟਿਵਿਟੀ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਪੋਜ਼ਿਟਿਵਿਟੀ ਨਾਲ ਅੱਗੇ ਚੱਲਦੇ ਆ ਨਾ ਤਾਂ ਲਾਈਫ ਬਹੁਤ ਆਸਾਨ ਹੋ ਜਾਂਦੀ ਹੈ। ਫਿਲਹਾਲ ਤੁਹਾਡੀ ਏਜ ਹੈ ਨਹੀਂ ਏਦਾਂ ਦੀਆਂ ਗੱਲਾਂ ਸਮਝਣ ਦੀ, ਬਟ ਜੇ ਹੁਣ ਤੋਂ ਸਮਝਣਾ ਸ਼ੁਰੂ ਕਰੋਗੇ ਅੱਗੇ ਜਾ ਕੇ ਤੁਸੀਂ ਕੋਈ ਲੱਭਦੇ ਨਹੀਂ ਫਿਰੋਗੇ ਕੋਈ ਇਨਸਾਨ ਸਾਨੂੰ ਮੋਟੀਵੇਟ ਕਰੇ ਕਿਸੇ ਗੱਲ ਵਾਸਤੇ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਕੋਈ ਹੀ ਇਨਸਾਨ ਤੁਹਾਨੂੰ ਦੱਸਦਾ ਹੁੰਦਾ। ਪੋਜ਼ਿਟਿਵਿਟੀ ਬਹੁਤ ਜ਼ਰੂਰੀ ਹੈ ਰਾਜੇ ਲਾਈਫ ਦੇ ਵਿੱਚ। ਸੋ ਜਿੰਨਾ ਆਪਾਂ ਕੁਦਰਤ ਦੇ ਨੇੜੇ ਰਹਾਂਗੇ ਓਨਾ ਆਪਾਂ ਨੂੰ ਸਕੂਨ ਮਿਲੂਗਾ, ਜਿੰਨਾ ਸਕੂਨ ਮਿਲੂਗਾ ਆਪਣੇ ਮਾਈਂਡ ਨੂੰ, ਹਨਾ, ਓਨਾ ਹੀ ਜ਼ਿਆਦਾ ਆਪਣੇ ਅੰਦਰ ਪੋਜ਼ਿਟਿਵਿਟੀ ਪੈਦਾ ਹੋਏਗੀ। ਤੁਸੀਂ ਕਦੇ ਵੀ ਇਹ ਅਜ਼ਮਾ ਕੇ ਦੇਖ ਲਓ, 2-4 ਦਿਨ ਤੁਸੀਂ ਆਪਣੇ ਘਰ ਦੇ ਦਰਖਤਾਂ ਦੇ ਨੇੜੇ ਟਾਈਮ ਸਪੈਂਡ ਕਰਕੇ ਦੇਖ ਲਓ, ਠੀਕ ਹੈ, ਤਾਂ ਤੀਜੇ ਚੌਥੇ ਦਿਨ ਤੁਹਾਨੂੰ ਮਹਿਸੂਸ ਹੋਊਗਾ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ, ਕਿ ਵੀ ਤੁਹਾਨੂੰ ਐ ਲੱਗੇਗਾ ਕਿ ਉਹ ਦਰਖਤ ਤੁਹਾਨੂੰ ਯਾਦ ਕਰਦੇ ਨੇ, ਤੁਹਾਨੂੰ ਜਾ ਕੇ ਆਉਣਾ ਚਾਹੀਦਾ ਹੈ। ਇਹ ਨੈਚੁਰਲ ਹੈ ਰਾਜੇ, ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਐਵੇਂ ਗੱਲਾਂ ਕਰੀਆਂ ਹੋਈਆਂ ਨੇ, ਇਹ ਨੈਚੁਰਲ ਹੈ। ਕਲੋਜ਼ਨੈਸ ਹੋ ਜਾਂਦੀ ਹੈ। ਪੇੜ ਪੌਦੇ, ਘਰੇ ਲੋਕ ਕੁੱਤੇ ਰੱਖਦੇ ਨੇ, ਹਨਾ, ਤੁਸੀਂ ਗਲੀ ਦੇ ਕੁੱਤੇ ਨੂੰ 2 ਦਿਨ 1 ਵਾਰੀ ਜਾਂ 2 ਵਾਰੀ ਰੋਟੀ ਪਾ ਦੋ ਤਾਂ ਉਹ ਵੀ ਤੁਹਾਡਾ ਮੋਹ ਕਰਨ ਲੱਗ ਜਾਂਦਾ ਹੈ। ਸੋ ਕੁਦਰਤ ਦੀ ਹਰ ਇੱਕ ਚੀਜ਼ ਇਨਸਾਨ ਦਾ ਪਿਆਰ ਕਰਦੀ ਹੈ, ਇਨਸਾਨ ਨੂੰ ਚਾਹੁੰਦੀ ਹੈ, ਜੇ ਇਨਸਾਨ ਉਹਦੇ ਪ੍ਰਤੀ ਆਪਣੇ ਦਿਲ 'ਚ ਦਇਆ ਭਾਵਨਾ ਰੱਖਦਾ ਹੈ, ਠੀਕ ਹੈ ਨਾ। ਸੋ ਮੇਨ ਗੱਲ ਹੁੰਦੀ ਹੈ ਰਾਜੇ ਕਾਈਂਡਨੈਸ ਦੀ, ਕਿ ਤੁਸੀਂ ਦੂਸਰੇ ਨੂੰ ਵੀ ਮਤਲਬ ਵੈਲਿਊ ਦੇ ਰਹੇ ਹੋ, ਸਮਝ ਰਹੇ ਹੋ ਉਹਨੂੰ ਕੁਛ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਸੋ ਬੇਟਾ ਇਸ ਤੋਂ ਬਾਅਦ ਹੈਗੇ ਬਾਲਕਨੀ ਵਿੱਚ ਬੈਠ ਕੇ ਦੀਨਾਨਾਥ ਚਾਹ ਪੀਣ ਲੱਗਦਾ ਤਾਂ ਪਿੱਠਾਂ ਪਿੱਛੇ ਬਸਤੇ ਲਟਕਾਈ ਬੱਚੇ ਘਰਾਂ ਤੋਂ ਨਿਕਲ ਪੈਂਦੇ, ਨਾਤੇ ਧੋਤੇ ਸਕੂਲ ਵਰਦੀਆਂ ਵਿੱਚ ਸਜੇ ਸੰਵਰੇ ਮੁੰਡੇ ਕੁੜੀਆਂ ਉਹਦੀਆਂ ਅੱਖਾਂ ਵਿੱਚ ਠੰਡ ਪਾ ਦਿੰਦੇ। ਸੋ ਆਪ ਇੱਕ ਪੜ੍ਹਿਆ ਲਿਖਿਆ ਸੀਗਾ ਇਨਸਾਨ ਰਾਜੇ, ਤਾਂ ਉਹਨੂੰ ਕਿਉਂ ਠੰਡ ਪੈਂਦੀ ਸੀ? ਉਹਨਾਂ ਨੂੰ ਪੜ੍ਹਨ ਲਿਖਣ ਜਾਂਦਿਆਂ ਨੂੰ ਦੇਖ ਕੇ ਉਹਨੂੰ ਇਸ ਕਰਕੇ ਠੰਡ ਪੈਂਦੀ ਸੀਗੀ ਕਿ ਇਹ ਜਿਹੜੇ ਬੱਚੇ ਨੇ ਇਹ ਪੜ੍ਹਨ ਜਾ ਰਹੇ ਨੇ, ਇਹ ਕੁਛ ਬਣ ਕੇ ਨਿਕਲਣਗੇ। ਸੋ ਸਕੂਲੇ ਪੜ੍ਹਨ ਪਾਉਣ ਦਾ ਮੇਨ ਮਕਸਦ ਇਹੀ ਹੁੰਦਾ ਬੇਟਾ ਪੇਰੈਂਟਸ ਦਾ, ਕਿ ਤੁਹਾਨੂੰ ਉਹਨਾਂ ਨੇ ਇਹ ਸੁਪਨਾ ਦੇਖਿਆ ਹੁੰਦਾ ਵੀ ਇਹ ਪੜ੍ਹ ਲਿਖ ਕੇ ਕੁਛ ਬਣ ਜਾਣਾ। ਚਾਹੇ ਤੁਹਾਡੇ ਪੇਰੈਂਟਸ ਪੜ੍ਹੇ ਲਿਖੇ ਨੇ, ਚਾਹੇ ਘੱਟ ਨਹੀਂ ਪੜ੍ਹੇ ਹੋਏ, ਬਟ ਫਿਰ ਵੀ ਉਹਨਾਂ ਨੇ ਤੁਹਾਨੂੰ ਸਕੂਲ 'ਚ ਪਾਇਆ। ਕਿਉਂ ਪਾਇਆ? ਸੋ ਦੈਟ ਯੂ ਕੈਨ ਗੈਟ ਗੁੱਡ ਐਜੂਕੇਸ਼ਨ। ਤੁਸੀਂ ਚੰਗੀ ਸਿੱਖਿਆ ਪ੍ਰਾਪਤ ਕਰੋ, ਠੀਕ ਹੈ, ਚੰਗੇ ਰਾਹ ਤੇ ਚੱਲੋ ਤੇ ਚੰਗੇ ਇਨਸਾਨ ਬਣੋ ਅੱਗੇ ਜਾ ਕੇ। ਇਹ ਮੋਟਿਵ ਹੁੰਦਾ ਬੇਟਾ ਪੜ੍ਹਾਉਣ ਦਾ। ਪੜ੍ਹਾਉਣ ਦਾ ਮਤਲਬ ਇਹ ਨਹੀਂ ਵੀ ਜਿਵੇਂ ਬਹੁਤ ਸਾਰੇ ਬੱਚੇ ਨੇ ਕਹਿੰਦੇ ਨੇ ਲੈ ਹੁਣ ਪੜ੍ਹਨਾ ਪਊਗਾ। ਸੋ ਮਜਬੂਰੀ ਨਹੀਂ ਹੈਗੀ, ਇਹ ਤੁਹਾਡਾ ਹੱਕ ਹੈ ਪੜ੍ਹਨਾ, ਠੀਕ ਹੈ ਨਾ। ਬਹੁਤ ਬੱਚੇ ਨੇ ਇਸ ਆਪਣੇ ਇੰਡੀਆ ਦੇ ਵਿੱਚ ਜਿਨ੍ਹਾਂ ਨੇ ਕਦੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ। ਸੋ ਆਪਾਂ ਇਹਨੂੰ ਚੈਪਟਰ ਨੂੰ ਡਿਸਕਸ ਕਰਦੇ ਹਾਂ ਤੇ ਕੁਛ ਕੁ ਗੱਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਬੇਟਾ ਮੇਰੀ ਆਵਾਜ਼ ਕਲੀਅਰ ਆ ਰਹੀ ਹੈ ਸਭ ਨੂੰ? ਪਲੀਜ਼ ਥੰਬਸ ਅਪ ਦਾ ਤੁਸੀਂ ਮੈਨੂੰ ਸਾਈਨ ਭੇਜੋ। ਓਕੇ ਕੋਮਲ, ਮੇਰੀ ਆਵਾਜ਼ ਬੇਟਾ ਕਲੀਅਰ ਆ ਰਹੀ ਹੈ ਸਭ ਨੂੰ? ਚਲੋ, ਦੀਨਾਨਾਥ ਨੂੰ ਸਾਰੀ ਉਮਰ ਇੱਕ ਝੋਰਾ ਜਿਹਾ ਸੀ ਕਿ ਉਹ ਇੱਛਾ ਅਨੁਸਾਰ ਉੱਚੀ ਤਾਲੀਮ ਪ੍ਰਾਪਤ ਨਹੀਂ ਸੀ ਕਰ ਸਕਿਆ। ਦੇਖੋ ਹਲੇ ਵੀ ਉਹਨੂੰ ਮਤਲਬ ਕੋਈ ਵੀ ਇਨਸਾਨ ਹੈ ਉਹ ਉਸ ਫੀਲਡ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਲਾਈਕ ਕਰਦਾ ਹੈ ਜਿਹੜੇ ਫੀਲਡ ਦੇ ਵਿੱਚ ਉਹ ਜਾਣਾ ਚਾਹੁੰਦਾ ਸੀ ਪਰ ਜਾ ਨਾ ਸਕਿਆ ਹੋਵੇ, ਠੀਕ ਹੈ। ਕਦੇ ਵੀ ਦੇਖ ਲਿਓ, ਅਗਰ ਤੁਹਾਡੇ ਪੇਰੈਂਟਸ ਨਹੀਂ ਪੜ੍ਹ ਸਕੇ ਕਿਸੇ ਰੀਜ਼ਨ ਕਰਕੇ ਤਾਂ ਤੁਹਾਨੂੰ ਉਹ ਹਮੇਸ਼ਾ ਕਹਿਣਗੇ ਵੀ ਪੁੱਤ ਪੜ੍ਹ ਲੈ, ਸਭ ਤੋਂ ਤਾਂ ਨਹੀਂ ਪੜ੍ਹਿਆ ਗਿਆ, ਤੂੰ ਪੜ੍ਹ ਲੈ, ਠੀਕ ਹੈ ਨਾ। ਉਹ ਹਮੇਸ਼ਾ ਮੋਟੀਵੇਟ ਕਰਨਗੇ। ਸੋ ਏਦਾਂ ਹੀ ਦੀਨਾਨਾਥ ਦੀ ਜਿਹੜੀ
ਲਾਈਫ ਹੈ ਉਹ ਵੀ ਇਸ ਤਰ੍ਹਾਂ ਦੀ ਹੈ। ਘਰ ਦੀ ਹਾਲਤ ਦੀ ਮੰਗ ਸੀ ਕਿ ਉਹ ਮੈਟ੍ਰਿਕ ਕਰਕੇ ਅਧਿਆਪਕ ਲੱਗ ਗਿਆ, ਤਾਂ ਉਹਨੇ ਸਿਰਫ ਮੈਟ੍ਰਿਕ ਕੀਤੀ ਤੇ ਉਸ ਤੋਂ ਬਾਅਦ ਟੀਚਰ ਲੱਗ ਗਿਆ। ਪੰਜਾਬੀ ਭਾਸ਼ਾ ਦੇ ਅਧਿਆਪਕ ਦਾ OT ਕੋਰਸ ਵੀ ਉਹਨੇ ਉਹਨੇ ਮਗਰੋਂ ਨੌਕਰੀ ਕਰਦਿਆਂ ਹੀ ਕੀਤਾ। ਠੀਕ ਹੈ, ਫਿਰ ਉਹਨੇ ਪੜ੍ਹਾਈ ਕਰਦੇ ਕਰਦੇ ਆਪਣਾ ਕੋਰਸ ਵੀ ਸੀਗਾ ਜਿਹੜਾ ਨਾਲ ਨਾਲ ਕਰ ਲਿਆ। ਸਨਦ ਉਸ ਕੋਲ ਮੈਟ੍ਰਿਕ ਦੀ ਹੀ ਰਹਿ ਗਈ ਸੀ। ਠੀਕ ਹੈ, ਸਨਦ ਦੇਖਣਾ ਪੈਣਾ ਬੇਟਾ ਕੀ ਹੁੰਦਾ। ਉਸ ਪਿੱਛੋਂ ਉਹ ਜੋ ਕੁਝ ਵੀ ਪੜ੍ਹਿਆ ਸੀ ਆਪਣੀ ਲਗਨ ਸਦਕਾ ਹੀ ਪੜ੍ਹਿਆ ਸੀ। ਉਹ ਵਿਦਿਆ ਨੂੰ ਤੀਜਾ ਨੇਤਰ ਮੰਨਣ ਵਾਲਿਆਂ ਵਿੱਚੋਂ ਸੀ। ਸੋ ਜੋ ਵਿਦਿਆ ਹੈ, ਪੜ੍ਹਾਈ ਹੁੰਦੀ ਹੈ ਜੋ, ਉਹ ਤੀਜਾ ਨੇਤਰ ਕਿਉਂ ਕਿਹਾ ਜਾਂਦਾ ਹੈ, ਕੋਈ ਦੱਸ ਸਕਦਾ ਹੈ? ਵਿਦਿਆ ਨੂੰ ਜਾਂ ਸਟੱਡੀ ਨੂੰ ਤੀਜਾ ਨੇਤਰ ਕਿਹਾ ਜਾਂਦਾ ਹੈ, ਐਨੀ ਰੀਜ਼ਨ ਜੇ ਕਿਸੇ ਨੂੰ ਪਤਾ ਹੋਵੇ? ਕੋਮਲਪ੍ਰੀਤ ਦੱਸੋਗੇ? ਬੋਲੋ ਬੇਟਾ। ਕੋਮਲਪ੍ਰੀਤ ਅਨਮਿਊਟ ਕਰੋ। ਬੇਟਾ ਮੈਂ ਇੱਕ ਕੁਐਸਚਨ ਪੁੱਛਿਆ ਕਿ ਵਿਦਿਆ ਨੂੰ ਤੀਜਾ ਨੇਤਰ ਕਿਉਂ ਕਿਹਾ ਜਾਂਦਾ ਹੈ? Could you give me answer please? ਕੋਮਲ ਮੈਂ ਤੁਹਾਨੂੰ ਅਨਮਿਊਟ ਕਰ। ਮੈਮ ਵਿਦਿਆ ਨੂੰ ਤੀਜਾ ਨੇਤਰ ਤਾਂ ਕਿਹਾ ਜਾਂਦਾ। ਹਾਂਜੀ ਹਾਂਜੀ ਬੇਟਾ ਬੋਲੋ। ਮੈਮ ਵਿਚਲੀ ਨੈਟਵਰਕ ਕੱਟ ਗਿਆ ਸੀ, ਉਸ ਲਈ ਸੌਰੀ ਮੈਮ। ਉਹਨੂੰ ਤੀਜਾ ਨੇਤਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਹ ਆਪਾਂ ਨੂੰ ਦੋ ਨੇਤਰ ਤਾਂ ਆਪਣੇ ਹੁੰਦੇ ਹੀ ਨੇ, ਲੇਕਿਨ ਉਹ ਤੀਜੇ ਨੇਤਰ ਨਾਲ ਆਪਾਂ ਨੂੰ ਆਪਣਾ ਰਾਸਤਾ ਦਿਖਾਉਂਦੀ ਹੈ ਵੀ ਆਪਾਂ ਨੇ ਅੱਗੇ ਕਿੱਧਰ ਜਾਣਾ, ਕਿਹੜਾ ਆਪਾਂ ਨੇ ਚੂਜ਼ ਕਰਨੀ ਹੈ, ਕਿਹੜੀ ਲਾਈਨ ਆਪਾਂ ਚੂਜ਼ ਕਰਨੀ ਹੈ ਅੱਗੇ ਜਾ ਕੇ। ਤੀਜਾ ਨੇਤਰ ਮੈਮ ਉਹ ਤਾਂ ਅਖਵਾਉਂਦਾ ਗਾ, ਆਪਾਂ ਨੂੰ ਵਧੀਆ ਸਿੱਖਿਆ ਦਿੰਦਾ। ਓਕੇ ਬੇਟਾ, ਐਨੀ ਅਦਰ ਸਟੂਡੈਂਟ ਹੂ ਵਾਂਟ ਟੂ ਗਿਵ ਦਾ ਆਂਸਰ ਵੀ ਵਿਦਿਆ ਤੀਜਾ ਨੇਤਰ ਕਿਉਂ ਹੈ? ਦੱਸੋ ਬੱਚੇ, ਜਿਹਨੂੰ ਵੀ ਲੱਗਦਾ ਕਿ ਹਾਂ ਮੈਨੂੰ ਆਂਸਰ ਪਤਾ ਹੈ, ਹੈਂਡ ਰੇਜ਼ ਕਰ ਸਕਦੇ ਹੋ ਤੁਸੀਂ। ਵਿਦਿਆ ਨੂੰ ਤੀਜਾ ਨੇਤਰ ਕਿਉਂ ਕਿਹਾ ਜਾਂਦਾ ਹੈ? ਵੈਰੀ ਗੁੱਡ ਕੋਮਲ, ਬੋਲੋ ਬੇਟਾ। ਪਤਾ ਹੈ ਕਿਸੇ ਨੂੰ? ਚਲੋ ਬੱਚੇ ਮੈਂ ਹੀ ਦੱਸਦੀ ਹਾਂ। ਹਾਂ ਸਮਨਦੀਪ, ਓਕੇ ਸਮਨਦੀਪ ਬੋਲੋ ਬੱਚੇ, ਅਨਮਿਊਟ ਕਰੋ। ਹਾਂਜੀ ਬੋਲੋ ਆਪਣੀ ਬੇਟਾ। ਜ਼ਿੰਦਗੀ ਨੂੰ ਮੈਂ ਸਫਲ ਬਣਾਉਂਦੀ ਹੈ ਜੀ। ਬਿਲਕੁਲ ਸਹੀ, ਹਾਂਜੀ ਹਾਂ ਸਹੀ ਆਂਸਰ ਹੈ ਬੇਟਾ। ਵਿਦਿਆ ਨੂੰ ਤੀਜਾ ਨੇਤਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਦੇਖੋ ਦੋ ਜਿਹੜੇ ਆਪਣੀਆਂ ਅੱਖਾਂ ਨੇ, ਆਪਾਂ ਉਹਨਾਂ ਦੇ ਨਾਲ ਰਸਤੇ ਵੱਲ ਜਾਂਦੇ ਹਾਂ। ਠੀਕ ਹੈ ਨਾ, ਕਿਸੇ ਰਾਹ ਤੇ ਤੁਰਦੇ ਹਾਂ ਵੀ ਕੋਈ ਠੋਕਰ ਨਾ ਲੱਗ ਜੇ ਸਾਨੂੰ, ਸਾਨੂੰ ਦੇਖਣਾ, ਸਾਨੂੰ ਦੁਨੀਆ ਦੇ ਵਿੱਚ ਚੱਲਣ ਦੇ ਲਈ ਉਹ ਮਾਰਗਦਰਸ਼ਕ ਕਰਦੇ ਨੇ ਵੀ ਅਸੀਂ ਆਹ ਰਾਹ ਤੇ ਜਾਣਾ, ਸਿੱਧਾ ਜਾਣਾ, ਟੇਢਾ ਜਾਣਾ, ਜਿੱਧਰ ਵੀ ਜਾਣਾ। ਬਟ ਤੀਜਾ ਨੇਤਰ ਵਿਦਿਆ ਨੂੰ ਇਸ ਕਰਕੇ ਕਿਹਾ ਜਾਂਦਾ ਕਿ ਤੁਸੀਂ ਪੜ੍ਹ ਲਿਖ ਕੇ ਨਾ ਸਮਝਦਾਰ ਬਣਦੇ ਹੋ, ਪੜ੍ਹ ਲਿਖ ਕੇ ਤੁਹਾਨੂੰ ਸਮਝ ਆਉਂਦੀ ਹੈ ਦੁਨੀਆਦਾਰੀ ਦੀ। ਠੀਕ ਹੈ, ਸੋ ਵਿਦਿਆ ਨੂੰ ਤਾਂ ਰਾਜੇ ਬਹੁਤ ਜ਼ਿਆਦਾ ਮਤਲਬ ਆਪਾਂ ਕਹਿ ਦਈਏ ਗੁਰੂਆਂ ਨੇ ਵੀ ਸਲਾਹਿਆ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸੋ ਵਿਦਿਆ ਪੜ੍ਹਨ ਦਾ ਮਤਲਬ ਇਹ ਨਹੀਂ ਕਿ ਕਾਪੀਆਂ ਕਾਲੀਆਂ ਕਰ ਲੀਆਂ, ਕਹਿਤਾ ਹਾਏ ਹਾਏ ਇੰਨਾ ਕੰਮ ਦੇਤਾ ਟੀਚਰਾਂ ਨੇ, ਕਰਨਾ ਪਊਗਾ, ਘਰ ਦੇ ਨੀ ਹਟਦੇ, ਕਹਿੰਦੇ ਪੜ੍ਹ, ਮੇਰਾ ਜੀ ਨਹੀਂ ਕਰਦਾ। ਉਹ ਜਿਹੜਾ ਬੰਦਾ ਮਜਬੂਰੀ ਚ ਪੜ੍ਹਦਾ ਨਾ ਉਹ ਸਫਲ ਨਹੀਂ ਹੁੰਦਾ ਕਦੇ ਜ਼ਿੰਦਗੀ ਚ। ਠੀਕ ਹੈ, ਵਿਦਿਆ ਸਾਨੂੰ ਸਫਲ ਬਣਾਉਂਦੀ ਹੈ ਜ਼ਿੰਦਗੀ ਦੇ ਵਿੱਚ। ਸਾਨੂੰ ਦੇਖੋ ਪਹਿਲਾਂ ਕੀ ਹੁੰਦਾ ਸੀਗਾ, ਵਿਦਿਆ ਪੜ੍ਹ ਕੇ ਨਾ ਲੋਕ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਹੁੰਦੇ ਸੀਗੇ ਵੀ ਹਾਂ ਫਲਾਣਾ ਬੰਦਾ ਪੜ੍ਹਿਆ ਲਿਖਿਆ ਹੈ। ਠੀਕ ਹੈ, ਬੇਸ਼ੱਕ ਉਹ ਜੋਬ ਨਹੀਂ ਕਰਦੇ ਸੀਗੇ ਤਾਂ ਉਹਨਾਂ ਨੂੰ ਉੱਚਾ ਦਰਜਾ ਮੰਨਿਆ ਜਾਂਦਾ ਸੀ ਵੀ ਇਹ ਪੜ੍ਹਿਆ ਲਿਖਿਆ ਨੂੰ ਦੁਨੀਆਦਾਰੀ ਦੀ ਸਮਝ ਹੈ। ਆਪਾਂ ਕੀ ਕਰਦੇ ਹਾਂ ਅੱਜ ਦੇ ਟਾਈਮ ਦੇ ਵਿੱਚ, ਪਤਾ ਬੇਟਾ ਕੀ ਹੋ ਰਿਹਾ? ਤੁਸੀਂ ਸਾਰੇ ਬੱਚੇ ਪੜ੍ਹਨ ਵਾਲੇ ਹੋ, ਮੇਰੀ ਗੱਲ ਜ਼ਰੂਰ ਸਮਝੋਗੇ ਤੁਸੀਂ। ਅੱਜ ਦੇ ਟਾਈਮ 'ਚ ਆਪਾਂ ਕੀ ਕਰਦੇ ਹਾਂ, ਅਸੀਂ ਸਾਰੇ ਸਿਰਫ ਇੱਕ ਚੀਜ਼ ਕਰਦੇ ਹਾਂ, ਡਿਗਰੀਆਂ ਲੈਂਦੇ ਹਾਂ। ਡਿਗਰੀਆਂ ਲੈ ਲਈਆਂ ਜੀ, ਇਕੱਠੀਆਂ ਕਰ ਲਈਆਂ ਜੀ,
ਸਾਨੂੰ ਇਹ ਨਹੀਂ ਪਤਾ ਵੀ ਸਮਾਜ 'ਚ ਕੀ ਹੋ ਰਿਹਾ, ਸਾਨੂੰ ਇਹ ਨਹੀਂ ਪਤਾ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਸੋ ਵਿੱਦਿਆ ਦਾ ਮਕਸਦ ਇਹ ਸੀਗਾ ਕਿ ਸਾਨੂੰ ਸਹੀ ਰਸਤਾ ਦਿਖਾਉਣਾ, ਸਾਨੂੰ ਸੋਚਣ ਸਮਝਣ ਦੀ ਸਾਡੀ ਸ਼ਕਤੀ ਨੂੰ ਇੰਨਾ ਕੁ ਵਾਈਡ ਕਰਨਾ ਕਿ ਸਾਨੂੰ ਪਤਾ ਲੱਗ ਜੇ ਵੀ ਕਿਹੜਾ ਬੰਦਾ ਗਲਤ ਬੋਲ ਰਿਹਾ, ਗਲਤ ਕਰ ਰਿਹਾ, ਜਾਂ ਗਲਤ ਰਿਹਾ ਪਰ ਸਹੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਠੀਕ ਹੈ, ਜਿੰਨੇ ਵੀ ਪੜ੍ਹਦੇ ਹੁੰਦੇ ਨੇ ਹਨਾ, ਲੋਕਾਂ ਦੇ ਦਿਮਾਗ ਤੇ ਪਾਏ ਹੋਏ, ਉਹ ਇੱਕ ਪੜ੍ਹਿਆ ਲਿਖਿਆ ਇਨਸਾਨ ਖੋਲ ਸਕਦਾ ਹੈ। ਬਟ ਹੁਣ ਕੀ ਕੀਤਾ ਜਾਵੇ, ਹੁਣ ਤਾਂ ਪੜ੍ਹੇ ਲਿਖੇ ਅਨਪੜ੍ਹ ਲੋਕ ਨੇ। ਤੁਸੀਂ ਦੇਖਿਆ ਹੋਣਾ ਟੀਵੀ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕ ਨੇ ਜਿਹੜੇ ਪੜ੍ਹੇ ਲਿਖੇ ਹੋ ਕੇ ਮੱਥੇ ਟੇਕਦੇ ਨੇ ਪੱਥਰਾਂ ਨੂੰ, ਠੀਕ ਹੈ, ਜਾਂ ਦਰਖਤਾਂ ਨੂੰ ਪੂਜੀ ਜਾਂਦੇ ਨੇ। ਚਲੋ ਕੋਈ ਮਾੜੀ ਗੱਲ ਨਹੀਂ, ਦਰਖਤਾਂ ਨੂੰ ਪਾਣੀ ਦਿਓ, ਕੁਦਰਤ ਦਾ ਹਿੱਸਾ ਨੇ ਉਹ, ਪਰ ਇਹ ਤਾਂ ਨਹੀਂ ਹੈਗਾ ਵੀ ਬਸ ਮੱਥਾ ਰਗੜੀ ਜਾਓ ਵੀ ਸਾਡੀ ਸੁੱਖ ਪੂਰੀ ਹੋ ਜੇ। ਜਿਹੜੀਆਂ ਚੀਜ਼ਾਂ ਮਤਲਬ ਇਹ ਇੱਥੇ ਆ ਕੇ ਸਾਡੀ ਪੜ੍ਹਾਈ ਲਿਖਾਈ ਹੈ ਜਿਹੜੀ ਉਹ ਮਾਰ ਖਾ ਜਾਂਦੀ ਹੈ। ਪੜ੍ਹਨ, ਹਾਂਜੀ ਬੇਟਾ ਹਰਸ਼ਦੀਪ ਬੋਲੋ ਬੇਟਾ। ਹਾਂਜੀ ਕੀ ਕਹਿ ਰਹੇ ਹੋ ਰਾਜੇ, ਤੁਹਾਡੀ ਸਮਝ ਨਹੀਂ ਆਈ ਬਿਲਕੁਲ ਵੀ। ਹਰਸ਼ਦੀਪ ਬੱਚੇ ਸਮਝ ਨਹੀਂ ਆਈ ਤੁਸੀਂ ਕੀ ਕਿਹਾ, ਦੁਬਾਰਾ ਬੋਲੋ। ਥੋੜਾ ਨੈਟਵਰਕ ਸਲੋ ਹੈ ਬੱਚੇ, ਥੋੜੇ ਨੈਟਵਰਕ ਦੀ ਪ੍ਰੋਬਲਮ ਹੈ, ਕੁਝ ਵੀ ਸਮਝ ਨਹੀਂ ਆ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਸੋ ਬੇਟਾ ਆਪਾਂ ਆਪਣੀ ਡਿਸਕਸ਼ਨ ਕੰਟੀਨਿਊ ਰੱਖਦੇ ਹਾਂ ਕਿ ਪੜ੍ਹਿਆ ਲਿਖਿਆ ਇਨਸਾਨ ਸਮਝਦਾਰ ਮੰਨਿਆ ਜਾਂਦਾ ਹੈ। ਸਮਝਦਾਰ ਤਾਂ ਨਹੀਂ ਮੰਨਿਆ ਜਾਂਦਾ ਵੀ ਉਹਨੇ ਡਿਗਰੀਆਂ ਲਈਆਂ ਨੇ, ਸਮਝਦਾਰ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਪੜ੍ਹਾਈ ਲਿਖਾਈ ਕਿਤਾਬਾਂ ਪੜ੍ਹਨ ਨਾਲ ਬੰਦੇ ਨੂੰ ਸਮਝ ਆਉਂਦੀ ਹੈ। ਠੀਕ ਹੈ, ਸਮਝ ਸੋਚੀ, ਜਿੱਦਾਂ ਤੁਸੀਂ ਇਹ ਦੇਖੋ ਵੀ ਤੁਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹੋ ਵੀ এনवायरमेंट ਦੇ ਵਿੱਚ ਪਲਾਸਟਿਕ ਹੈ ਜਿਹੜਾ ਉਹ ਖਤਰਨਾਕ ਹੈ, ਪਲਾਸਟਿਕ ਨੂੰ ਜਲਾਉਣਾ ਨਹੀਂ ਚਾਹੀਦਾ, ਪਲਾਸਟਿਕ ਨੂੰ ਘੱਟ ਤੋਂ ਘੱਟ ਵਰਤੋ। ਕਿੰਨੇ ਕੁ ਬੱਚੇ ਨੇ ਜਿਹੜੇ ਇਸ ਚੀਜ਼ ਤੇ ਅਮਲ ਕਰਦੇ ਨੇ? ਕਿੰਨੇ ਕੁ ਬੱਚੇ ਨੇ ਜਿਹੜੇ ਇਸ ਚੀਜ਼ ਨੇ, ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਇਹ ਚੀਜ਼ ਨੂੰ ਇੰਪਲੀਮੈਂਟ ਕੀਤਾ ਵੀ ਕੁਛ ਮਰਜ਼ੀ ਹੋ ਜੇ ਵੀ ਮੈਂ ਦੁਕਾਨਦਾਰ ਤੋਂ ਲਿਫਾਫਾ ਨਹੀਂ ਲੈਣਾ ਹੈਗਾ। ਜੇ ਕੋਈ ਮਜਬੂਰੀ ਹੈ, ਬਾਹਲੀ ਜ਼ਿਆਦਾ ਮਜਬੂਰੀ ਹੈ, ਫੇਰ ਅਸੀਂ ਪੋਲੀਥੀਨ ਲਵਾਂਗੇ, ਅਦਰਵਾਈਜ਼ ਅਸੀਂ ਪੋਲੀਥੀਨ ਯੂਜ਼ ਨਹੀਂ ਕਰਾਂਗੇ। ਅਸੀਂ ਜਿਹੜਾ ਹੈਗਾ ਜਾਂਦੇ ਜਾਂਦੇ ਰਸਤੇ ਦੇ ਵਿੱਚ ਅਸੀਂ ਕੋਈ ਪਾਣੀ ਦੀ ਬੋਤਲ ਪੀ ਕੇ ਨਹੀਂ ਸੁੱਟਦੇ, ਅਸੀਂ ਕੋਈ ਗੰਦ ਨਹੀਂ ਪਾਉਂਦੇ, ਅਸੀਂ ਸ਼ੋਰ ਨਹੀਂ ਪਾਉਂਦੇ, ਆਪਣੇ ਐਂਟਰਟੇਨਮੈਂਟ ਵਾਸਤੇ ਦੂਜਿਆਂ ਨੂੰ ਤੰਗ ਨਹੀਂ ਕਰਦੇ। ਫਿਰ ਇੱਥੋਂ ਇਹੀ ਗੱਲ ਹੋ ਗਈ ਨਾ ਕਿ ਪੜ੍ਹੇ ਲਿਖੇ ਅਨਪੜ੍ਹ ਹੋ ਗਏ ਅਸੀਂ। ਸਾਨੂੰ ਕਿਤਾਬਾਂ ਦੇ ਵਿੱਚ ਸ਼ੁਰੂ ਤੋਂ ਇਹੀ ਗੱਲ ਸਿਖਾਈ ਜਾਂਦੀ ਹੈ ਕਿ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਬਿਨਾਂ ਗੱਲ ਤੋਂ। ਠੀਕ ਹੈ, ਹਮੇਸ਼ਾ ਕੀ ਕਰਨਾ ਚਾਹੀਦਾ ਹੈ, ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ, ਕਿਸੇ ਮਿਹਨਤ ਕਰਨੀ ਚਾਹੀਦੀ ਹੈ। ਸ਼ੁਰੂ ਤੋਂ ਬੱਚਿਆਂ ਨੂੰ ਇਹ ਗੱਲ ਸਿਖਾਈ ਜਾਂਦੀ ਵੀ ਬੇਟਾ ਪੜ੍ਹੋ, ਮਿਹਨਤ ਕਰੋ, ਆਪਣੀ ਜ਼ਿੰਦਗੀ 'ਚ ਕੁਛ ਬਣੋ। ਪਰ ਕਿੰਨੇ ਕੁ ਬੱਚੇ ਨੇ ਜਿਹੜੇ ਇਸ ਚੀਜ਼ ਤੇ ਅਮਲ ਕਰਦੇ ਨੇ? ਸਹੀ ਕਿਹਾ ਨਾ ਮੈਂ? ਠੀਕ ਹੈ, ਸੋ ਬੇਟਾ ਵਿਦਿਆ ਵਿਚਾਰੀ ਪਰਉਪਕਾਰੀ, ਜਾਂ ਫਿਰ ਆਪਾਂ ਕਹਿ ਦਈਏ ਕਿ ਜਿਹੜੀ ਹੈਗੀ ਹੈ ਵਿਦਿਆ ਤੀਜਾ ਨੇਤਰ ਉਸ ਇਨਸਾਨ ਦਾ ਹੁੰਦੀ ਹੈ ਜਿਹੜਾ ਪੜ੍ਹੇ ਲਿਖੇ ਹੋਣ ਦਾ ਸਬੂਤ ਦਿੰਦਾ ਹੈ। ਸਮਾਜ ਪਹਿਲਾਂ ਵੀ ਪੱਥਰਾਂ ਨੂੰ ਪੂਜ ਰਿਹਾ ਸੀਗਾ, ਪੜ੍ਹ ਲਿਖ ਕੇ ਵੀ ਉਹੀ ਬੱਚਾ ਪੱਥਰਾਂ ਨੂੰ ਪੂਜੀ ਜਾਂਦਾ ਹੈ। ਉਹਨੂੰ ਕੋਈ ਪਤਾ ਨਹੀਂ ਹੈਗਾ ਵੀ ਆਪਦੀ ਮਿਹਨਤ ਕੰਮ ਆਉਂਦੀ ਹੈ ਇਸ ਦੁਨੀਆ ਦੇ ਉੱਪਰ ਜ਼ਿੰਦਗੀ ਜਿਉਣ ਦੇ ਲਈ। ਠੀਕ ਹੈ ਨਾ, ਤਾਂ ਉਹ ਵੀ ਪੱਥਰ ਪੂਜ ਰਿਹਾ, ਦੁੱਧ ਪਾ ਰਿਹਾ ਉਹਨਾਂ ਤੇ, ਕਦੇ ਪਾਣੀ ਪਾ ਰਿਹਾ, ਕਦੇ ਪੱਥਰਾਂ ਨੂੰ ਨਮਾ ਰਿਹਾ, ਤਾਂ ਉਹਦਾ ਪੜ੍ਹਨ ਲਿਖਣ ਦਾ ਕੋਈ ਫਾਇਦਾ ਨਹੀਂ। ਬੀ ਪ੍ਰੈਕਟੀਕਲ। ਸੋ ਵਿਦਿਆ ਤੁਹਾਨੂੰ ਪ੍ਰੈਕਟੀਕਲ ਜ਼ਿੰਦਗੀ ਜਿਉਣ ਦੇ ਲਈ ਕਹਿੰਦੀ ਹੈ। ਸਹੀ ਕਿਹਾ ਰਾਜੇ ਮੈਂ? ਆਰ ਯੂ ਐਗਰੀ ਵਿਦ ਮੀ? ਥੰਬਸ ਅਪ ਕਰੋ ਜਿਹੜੇ ਜਿਹੜੇ ਐਗਰੀ ਨੇ। ਬਿਲਕੁਲ ਹਾਂ, ਸਮਨਦੀਪ ਐਗਰੀ ਵਿਦ ਮੀ, ਯੈਸ। ਹੋਰ ਕੌਣ ਕੌਣ ਐਗਰੀ ਹੈ? ਚਲੋ ਮੈਂ ਨੈਕਸਟ ਅੱਗੇ ਕਰ ਰਹੀ ਹਾਂ ਬੇਟਾ। ਉਸ ਤੋਂ ਬਾਅਦ ਹੈ ਕਹਿੰਦੇ ਆਪਣੇ ਸਾਰੇ ਅਧਿਆਪਨ ਕਾਲ ਦੌਰਾਨ ਉਹ ਯਤਨ ਕਰਦਾ ਰਿਹਾ ਕਿ ਉਹਦੇ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਇਹ ਤੀਜਾ ਨੇਤਰ ਜਾਗਰਿਤ ਹੋ ਸਕੇ। ਇੱਥੋਂ ਪਤਾ ਲੱਗਦਾ ਨਾ ਕਿ ਉਹਨੇ ਤੀਜਾ ਨੇਤਰ ਜਾਗਰਿਤ ਕਰਨਾ ਪੈਂਦਾ ਬੇਟਾ, ਹੁੰਦਾ ਨਹੀਂ ਆਪਦੇ ਆਪ, ਡਿਗਰੀਆਂ ਲੈ ਕੇ ਨਹੀਂ ਹੁੰਦਾ। ਠੀਕ ਹੈ, ਜਿਹਦਾ ਹੋਣਾ ਹੁੰਦਾ ਉਹਦਾ ਇੱਕ ਬੁੱਕ ਪੜ੍ਹ ਕੇ ਵੀ ਹੋ ਜਾਂਦਾ ਹੁੰਦਾ। ਸੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ, ਮਾਰਕੀਟ 'ਚ ਕਿਤਾਬਾਂ ਬਹੁਤ ਸੋਹਣੀਆਂ ਸੋਹਣੀਆਂ ਮਿਲਦੀਆਂ ਨੇ, ਜੇ ਫ੍ਰੀ ਟਾਈਮ ਲੱਗੇ ਉਹ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ। ਜਿੰਨਾ ਸੋਸ਼ਲ ਮੀਡੀਆ ਟਾਈਮ ਵੇਸਟ ਕਰਦੇ ਆ ਨਾ ਆਪਾਂ, ਬੁੱਕਸ ਆਨਲਾਈਨ ਵੀ ਮਿਲ ਜਾਂਦੀਆਂ ਨੇ, ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ, ਲੱਭਿਆ ਕਰੋ ਆਨਲਾਈਨ ਬੁੱਕਸ। ਠੀਕ ਹੈ, ਭਗਤ ਸਿੰਘ ਨੂੰ ਪੜ੍ਹ ਲਓ,
महाराजा रणजीत सिंह नूं पढ़ लो, हरी सिंह नलूए नूं पढ़ लो, बहुत किताबां ने। सो कोशिश करिया करो अपने लिटरेचर नूं जानण दी। पता लिटरेचर की हुंदा है? अपना लिटरेचर तो बहुत महान है पंजाबी दा। जे तुसी कदे कोई पंजाबी दी बुक किसी राइटर दी लिखी हुई ऑनलाइन सर्च करो, महाराजा रणजीत सिंह बुक बायोग्राफी बुक्स, ਤਾਂ ਤੁਹਾਨੂੰ ਕਿਤਾਬਾਂ ਮਿਲਣਗੀਆਂ ਬਹੁਤ ਸਾਰੀਆਂ। ਸੋ ਕੋਈ ਵੀ ਤੁਸੀਂ ਪੜ੍ਹ ਸਕਦੇ ਹੋ, ਜਿਹਨੂੰ ਸਿੱਖ ਧਰਮ ਪੜ੍ਹਨ ਦਾ ਸ਼ੌਂਕ ਹੈ ਉਹ ਕਿਤਾਬਾਂ ਪੜ੍ਹ ਸਕਦੇ ਹੋ, ਪਰ ਰੀਡਿੰਗ ਦੀ ਹੈਬਿਟ ਪਾਓ ਬੇਟਾ ਜੇ ਜ਼ਿੰਦਗੀ 'ਚ ਸਕਸੈਸਫੁਲ ਹੋਣਾ ਹੈ। ਫ੍ਰੀ ਟਾਈਮ ਦੇ ਵਿੱਚ ਫੋਨ ਚੱਕਣ ਦੀ ਬਜਾਏ ਨਾ ਕੋਈ ਨਾ ਕੋਈ ਬੁੱਕ ਨਿਊਜ਼ਪੇਪਰ ਲੈ ਕੇ ਪੜ੍ਹਨਾ ਬੈਠੋਗੇ, ਫੇਰ ਤੀਜਾ ਨੇਤਰ ਜਾਗਰਿਤ ਹੋਊਗਾ, ਐਵੇਂ ਨਹੀਂ ਹੁੰਦਾ ਫੋਨ ਦੇਖਣ ਨਾਲ। ਸੋ ਬੇਟਾ ਕੀ ਸੀਗਾ, ਆਪਣੇ ਅਧਿਆਪਨ ਕਾਲ ਦੌਰਾਨ ਉਹ ਯਤਨ ਰਿਹਾ ਕਿ ਉਹਦੇ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਇਹ ਤੀਜਾ ਨੇਤਰ ਜਾਗਰਿਤ ਹੋ ਸਕੇ। ਕੇਵਲ ਉਹਦੇ ਵਿਦਿਆਰਥੀਆਂ ਨੂੰ ਹੀ ਨਹੀਂ, ਵਿਦਿਆ ਦਾ ਤੀਜਾ ਨੇਤਰ ਤਾਂ ਸਭ ਨੂੰ ਪ੍ਰਾਪਤ ਹੋਣਾ ਚਾਹੀਦਾ ਹੈ। ਠੀਕ ਹੈ ਨਾ, ਬਿਲਕੁਲ ਕਰੈਕਟ ਸੀਗਾ ਇਹ ਉਹਨਾਂ ਦਾ ਥਾਟ ਕਿ ਤੀਜਾ ਨੇਤਰ ਹਰ ਇੱਕ ਬੱਚੇ ਦਾ ਹੋਣਾ ਚਾਹੀਦਾ ਹੈ, ਕਿਉਂਕਿ ਕੁਝ ਬੱਚਿਆਂ ਨੂੰ ਰਾਜੇ ਪਤਾ ਹੀ ਨਹੀਂ ਹੁੰਦਾ ਕਿ ਲਾਈਫ ਕੀ ਹੈ, ਪੜ੍ਹਨਾ ਕੀ ਹੈ। ਠੀਕ ਹੈ, ਉਹ ਮਜਬੂਰੀ 'ਚ ਲੰਘਾ ਦਿੰਦੇ ਨੇ ਸਾਰਾ ਟਾਈਮ। ਕੇਵਲ ਉਹਦੇ ਵਿਦਿਆਰਥੀਆਂ ਨੂੰ ਹੀ ਨਹੀਂ, ਵਿਦਿਆ ਦਾ ਤੀਜਾ ਨੇਤਰ ਤਾਂ ਸਭ ਨੂੰ ਪ੍ਰਾਪਤ ਹੋਣਾ ਚਾਹੀਦਾ ਹੈ, ਪਰ ਉਸ ਸਮੇਂ ਬਹੁਤੇ ਪਿੰਡਾਂ ਵਿੱਚ ਤਾਂ ਸਕੂਲ ਹੀ ਨਹੀਂ ਸਨ। ਕੁੜੀਆਂ ਨੂੰ ਤਾਂ ਪੜ੍ਹਾਉਣ ਦਾ ਅਜੇ ਰਿਵਾਜ ਵੀ ਨਹੀਂ ਸੀ ਪਿਆ। ਗਿਣਤੀ ਦੇ ਜਿਹੜੇ ਮੁੰਡੇ ਪਿੰਡਾਂ ਵਿੱਚੋਂ ਪ੍ਰਾਇਮਰੀ ਪਾਸ ਕਰਕੇ ਸ਼ਹਿਰਾਂ ਦੇ ਸਕੂਲਾਂ ਵਿੱਚ ਦਾਖਲ ਹੋ ਜਾਂਦੇ, ਇੱਕ ਇੱਕ ਕਰਕੇ ਕਿਰਦੇ ਰਹਿੰਦੇ, ਕੋਈ ਕਰਮਾਂ ਵਾਲਾ ਹੀ 10ਵੀਂ ਤੋਂ ਪਾਰ ਹੁੰਦਾ। ਸੋ ਉਦੋਂ 10th ਕਲਾਸ ਵੀ ਬਹੁਤ ਜ਼ਿਆਦਾ ਮਤਲਬ ਮੰਨੀ ਜਾਂਦੀ ਸੀ ਵੀ ਹਾਂ ਇਹ 10 ਪੜ੍ਹਿਆ ਹੋਇਆ ਹੈ। ਠੀਕ ਹੈ, ਪੜ੍ਹਾਈ ਲਿਖਾਈ ਦੀ ਬਹੁਤ ਵੈਲਿਊ ਹੈ ਬੇਟਾ, ਪਰ ਜੇ ਬੰਦਾ ਪੜ੍ਹਿਆ ਲਿਖਿਆ ਵਾਲੇ ਕੰਮ ਕਰੂਗਾ ਤਾਂ। ਠੀਕ ਹੈ ਨਾ, ਉਹਨੂੰ ਆਪਣਾ ਜਮਾਤੀ ਮੁਕੰਦ ਯਾਦ ਆਇਆ। ਜੇ ਸਕੂਲ ਦਾ ਕੰਮ ਨਾ ਕੀਤਾ ਹੁੰਦਾ, ਇਹ ਇੱਧਰ ਉੱਧਰ ਭਟਕਣਾ, ਇੱਧਰ ਉੱਧਰ ਭੌਂਦਾ ਰਹਿੰਦਾ ਜਾਂ ਨਹਿਰ ਦੇ ਕਿਨਾਰੇ ਸੌਂ ਜਾਂਦਾ। ਦੁਪਹਿਰ ਢਲੀ ਤੋਂ ਕਹਿੰਦੇ ਜੇ ਉਹਦਾ ਸਕੂਲ ਦਾ ਕੰਮ ਨਹੀਂ ਕੀਤਾ ਹੁੰਦਾ ਤਾਂ ਉਹ ਇੱਧਰ ਉੱਧਰ ਲੰਘ ਜਾਂਦਾ, ਜਿੱਦਾਂ ਅੱਜ ਕੱਲ੍ਹ ਬੱਚੇ ਕਲਾਸ ਬੰਕ ਕਰਨ ਲਈ ਭੱਜਦੇ ਨੇ ਹਨਾ, ਉਹ ਸਕੂਲ ਹੀ ਨਹੀਂ ਜਾਂਦੇ ਸੀਗੇ, ਉਹਨਾਂ ਨੂੰ ਬਾਹਲੀ ਮੌਜਾਂ ਹੁੰਦੀਆਂ ਸੀ। ਹਾਂਜੀ ਬੱਚੇ, ਹਰਦੀਪ, ਹਰਸ਼ਦੀਪ ਬੋਲੋ ਬੱਚੇ। ਹਰਸ਼ਦੀਪ ਕੁਛ ਕਹਿਣਾ ਬੇਟਾ? ਸੋ ਬੇਟਾ ਉਹ ਕੀ ਕਰਦਾ ਹੁੰਦਾ, ਘੁੰਮਦਾ ਰਹਿੰਦਾ ਤੇ ਨਹਿਰ ਦੇ ਕਿਨਾਰੇ ਸੌ ਜਾਂਦਾ। ਦੁਪਹਿਰ ਢਲੀ ਤੋਂ ਬੇਟਾ ਤੁਹਾਡੀ ਆਵਾਜ਼ ਬਿਲਕੁਲ ਸਮਝ ਨਹੀਂ ਆ ਰਹੀ। ਬੱਚੇ ਤੁਸੀਂ ਕਿਸੇ ਇਹੋ ਜਿਹੀ ਜਗ੍ਹਾ ਤੇ ਜਾਓ ਜਿੱਥੇ ਤੁਹਾਡਾ ਨੈਟਵਰਕ ਵਧੀਆ ਹੋਵੇ। ਬਿਲਕੁਲ ਨਹੀਂ ਪਤਾ ਲੱਗ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਸੌਰੀ ਬੇਟਾ। ਜਾਂ ਤਾਂ ਨਹਿਰ ਦੁਪਹਿਰ ਢਲੀ ਤੋਂ ਉਹ ਪੌਣੇ ਵਿੱਚ ਬੰਨੀ ਹੋਈ ਚੂਰੀ ਖਾਂਦਾ ਤੇ ਸਕੂਲੋਂ ਪੜ੍ਹ ਕੇ ਆਇਆ ਵਾਂਗ ਬਾਕੀ ਮੁੰਡਿਆਂ ਦੇ ਨਾਲ ਹੀ ਘਰ ਪਹੁੰਚ ਜਾਂਦਾ। ਹੌਲੀ ਹੌਲੀ ਜਿਹੇ ਦਿਨਾਂ ਦੀ ਗਿਣਤੀ ਵੱਧਦੀ ਗਈ ਅਤੇ ਸਕੂਲ ਜਾਣ ਦੇ ਦਿਨ ਘੱਟ ਗਏ। ਆਖਰ ਨਾ ਕੱਟਿਆ ਗਿਆ। ਉਹ ਘਰਦਿਆਂ ਦੀ ਕੁਝ ਦਿਨਾਂ ਦੀ ਘੂਰ ਘਾਪ ਅਤੇ ਫਿਟਲਾਂਟ ਮਗਰੋਂ ਪੜ੍ਹਾਈ ਦੇ ਇਸ ਜੰਜਾਲ ਤੋਂ ਮੁਕਤ ਹੋ ਗਿਆ, ਪਰ ਮਗਰੋਂ ਪੂਰਾ ਜੀਵਨ ਗਰੀਬੀ ਦੇ ਘੁੱਪ ਹਨੇਰੇ ਵਿੱਚ ਭਟਕਦਾ ਰਿਹਾ ਤੇ ਖੁੰਝਾਏ ਹੋਏ ਮੌਕੇ ਨੂੰ ਪਛਤਾਉਂਦਾ ਰਿਹਾ। ਦੇਖੋ ਬੇਟਾ ਇਹ ਲਾਈਵ ਐਗਜ਼ਾਮਪਲ ਹੈ, ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ ਹਾਂ ਕਿ ਅਗਰ ਤੁਸੀਂ ਸਟੱਡੀ ਨੂੰ ਸਟੱਡੀ ਲੈ ਕੇ ਪੜ੍ਹ ਰਹੇ ਹੋ, ਤੁਸੀਂ ਸੋਚਦੇ ਹੋ ਕਿ ਮੇਰਾ ਕਰੀਅਰ ਬਣੂਗਾ ਪੜ੍ਹਨ ਲਿਖਣ ਦੇ ਨਾਲ, ਮੈਂ ਇੱਕ ਚੰਗਾ ਇਨਸਾਨ ਬਣੂਗਾ, ਮੈਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ, ਤੁਹਾਨੂੰ ਲੱਗਦਾ ਜ਼ਰੂਰਤ ਨਹੀਂ ਵੀ ਹੈਗੀ ਬੇਟਾ, ਤੁਹਾਡੇ ਆਪਣੇ ਸੁਪਨੇ ਹੋਣਗੇ, ਤੁਸੀਂ ਆਪਣੇ ਸੁਪਨੇ ਸਜਾਓ ਤੇ ਉਹਨਾਂ ਵੱਲ ਵਧੋ। ਪੜ੍ਹ ਲਿਖ ਕੇ ਵੱਧ ਸਕਦੇ ਹੋ, ਬਿਨਾਂ ਪੜ੍ਹੇ ਤਾਂ ਜੋ ਹੈਗਾ ਉਹ ਵੀ ਚਲਾ ਜਾਂਦਾ। ਸੋ ਇੱਥੇ ਲਾਈਵ ਐਗਜ਼ਾਮਪਲ ਹੈ ਜਿਹੜੀ ਆਪਾਂ ਨੂੰ ਮਿਲ ਰਹੀ ਹੈ ਕਿ ਉਹ ਪਹਿਲਾਂ ਸਕੂਲ ਤੋਂ ਬਚਦਾ ਹੁੰਦਾ ਸੀਗਾ, ਫਿਰ ਉਹਦੇ ਨਾਲ ਦੇ ਦੇਖੋ ਟੀਚਰ ਲੱਗ ਗਏ, ਵਧੀਆ ਪੋਸਟਾਂ ਤੇ ਪਹੁੰਚ ਗਏ ਤੇ ਉਹ ਕੀ ਰਹਿ ਗਿਆ, ਬਹੁਤ ਪਿੱਛੇ ਰਹਿ ਗਿਆ। ਠੀਕ ਹੈ ਨਾ। ਸੋ ਬੇਟਾ ਨੈਕਸਟ ਹੈ
ਬਾਲਕੋਨੀ ਵਿੱਚ ਬੈਠਿਆਂ ਹਰ ਬੱਚੇ ਨੂੰ ਸਕੂਲ ਜਾਂਦਾ ਦੇਖ ਕੇ ਉਹਨੂੰ ਆਪਣੀ ਰੀਝ ਪੂਰੀ ਹੋਈ ਮਹਿਸੂਸ ਹੁੰਦੀ। ਉਹ ਆਪਣੇ ਵੇਲੇ ਸਕੂਲ ਵਿੱਚ ਮਿਲੇ ਬੱਚਿਆਂ ਨੂੰ ਪੜ੍ਹਾਉਣ ਤੱਕ ਹੀ ਸੀਮਿਤ ਨਹੀਂ ਸੀ ਰਿਹਾ, ਉਹ ਹੋਰ ਲੋਕਾਂ ਨੂੰ ਵੀ ਪ੍ਰੇਰਦਾ ਵੀ ਸੀ ਕਿ ਬੱਚਿਆਂ ਨੂੰ ਸਕੂਲ ਭੇਜਣ। ਸੋ ਸਕੂਲ ਦੀ ਜਿਹੜੀ ਵੈਲਿਊ ਹੈ ਬੇਟਾ, ਜਿਹਨੇ ਪੜ੍ਹ ਲਿਖ ਕੇ ਕੁਝ ਖੱਟਿਆ ਨਾ ਉਹੀ ਤੁਹਾਨੂੰ ਕਹੂਗਾ ਕਿ ਹਾਂ ਪੜ੍ਹ ਲੈ, ਅਦਰਵਾਈਜ਼ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਵੀ ਪੜ੍ਹੋ ਜਾਂ ਪੜ੍ਹਨ ਨਾਲ ਕੀ ਹੁੰਦਾ, ਕਿਸੇ ਨੂੰ ਨਹੀਂ ਪਤਾ। ਜਿਹਨੂੰ ਪਤਾ ਹੈ ਉਹੀ ਤੁਹਾਨੂੰ ਹਮੇਸ਼ਾ ਪ੍ਰੇਰਿਤ ਕਰੇਗਾ ਕਿ ਪੜ੍ਹੋ, ਆਪਣਾ ਲਾਈਫ ਦੇ ਵਿੱਚ ਸੈੱਟ ਹੋਵੋ, ਠੀਕ ਹੈ ਨਾ। ਉਹ ਲੋਕਾਂ ਨੂੰ ਪ੍ਰੇਰਦਾ ਕਿ ਬੱਚਿਆਂ ਨੂੰ ਸਕੂਲ ਭੇਜਣ। ਆਪਣੇ ਪਿੰਡ ਵਾਸੀਆਂ ਨੂੰ ਸਕੂਲ ਉਸਾਰਨ ਲਈ ਪ੍ਰੇਰਨ ਵਾਲਾ ਦੀਨਾਨਾਥ ਹੀ ਸੀ। ਉਹਨੇ ਤਾਂ ਆਪਣੇ ਪਿੰਡ ਵਾਲਿਆਂ ਨੂੰ ਵੀ ਕਹਿਤਾ ਸੀਗਾ ਕਿ ਤੁਸੀਂ ਪਿੰਡ ਦੇ ਵਿੱਚ ਜਿਹੜਾ ਹੈਗਾ ਨਵਾਂ ਸਕੂਲ ਬਣਾਓ ਤਾਂ ਕਿ ਬੱਚੇ ਨੇ ਜਿਹੜੇ ਉੱਥੇ ਆ ਜਾ ਆਪਣੀ ਸਟੱਡੀ ਕਰ ਸਕਣ। ਤੇ ਫਿਰ ਸਕੂਲ ਖੁਲਵਾਉਣ ਲਈ ਸਰਕਾਰੀ ਦਫ਼ਤਰਾਂ ਦੀ ਖਾਕ ਵੀ ਸਭ ਤੋਂ ਵੱਧ ਉਸੇ ਨੇ ਹੀ ਛਾਣੀ ਸੀ। ਪਰ ਸਕੂਲ ਹੋਣ ਦੇ ਬਾਵਜੂਦ ਉੱਥੇ ਬੱਚਿਆਂ ਦੀ ਪੜ੍ਹਾਈ ਦੇ ਰਾਹ ਵਿੱਚ ਅਨੇਕ ਰੁਕਾਵਟਾਂ ਸਨ। ਇਹਨਾਂ ਫਲੈਟਾਂ ਦਾ ਇੱਕ ਬੱਚਾ ਅਜਿਹਾ ਨਹੀਂ ਸੀ ਜੋ ਸਕੂਲ ਨਾ ਜਾਂਦਾ ਹੋਵੇ। ਆਪਾਂ ਕਹਿੰਦੇ ਆ ਨਾ ਵੀ ਦਿੱਲੀ, ਮੁੰਬਈ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਲੋਕ ਇੰਨੇ ਪੈਸੇ ਵਾਲੇ ਨੇ, ਇਹ ਹੈ ਉਹ ਹੈ। ਬੇਟਾ ਉਹ ਤਾਂ ਹੀ ਪੈਸੇ ਵਾਲੇ ਨੇ, ਉਹ ਪੜ੍ਹ ਲਿਖਦੇ ਨੇ ਟਾਈਮ ਤੇ ਜਿਹੜੇ ਹੈਗੇ ਨੇ ਫਿਰ ਆਪਣੇ ਸਹੀ ਰਾਸਤਾ ਚੁਣਦੇ ਨੇ ਲਾਈਫ ਦਾ। ਜਿਹੜੇ ਬੱਚੇ ਨੇ ਸਹੀ ਰਾਸਤਾ ਚੁਣ ਲਿਆ ਉਹ ਸਹੀ ਲਾਈਨ ਤੇ ਜਾ ਕੇ ਆਪਣਾ ਚੰਗੇ ਕੰਮ ਕਾਰੋਬਾਰ ਦੇ ਵਿੱਚ ਸੈੱਟ ਹੋ ਜਾਂਦਾ ਤੇ ਫਿਰ ਪੈਸਾ ਕਮਾਉਂਦਾ। ਦੈਟਸ ਇਟ। ਤਾਂ ਉਹਨਾਂ ਵਿੱਚ ਵੀ ਬਹੁਤ ਬੱਚੇ ਹੁੰਦੇ ਨੇ ਜਿਹੜੇ ਪੜ੍ਹਾਈ ਤੋਂ ਬਚਦੇ ਨੇ। ਕਿਸੇ ਨੇ +2 ਕਰਕੇ ਹਟ ਗਿਆ, ਕੋਈ ਅੱਗੇ ਪੜ੍ਹਿਆ ਨਹੀਂ ਵੀ ਮੇਰਾ ਜੀ ਨਹੀਂ ਕਰਦਾ, ਫਿਰ ਬਾਅਦ ਚੋਂ ਕੀ ਕਰਦੇ ਨੇ, ਠੋਕਰਾਂ ਖਾਂਦੇ ਫਿਰਦੇ ਨੇ, ਠੀਕ ਹੈ ਨਾ। ਸੋ ਏਦਾਂ ਹੁੰਦਾ ਬੱਚੇ। ਸੋ ਦੀਨਾਨਾਥ ਇੱਕ ਵੀ ਬੱਚਾ ਨਹੀਂ ਸੀਗਾ ਕਹਿੰਦੇ ਫਲੈਟ ਦਾ ਜਿਹੜਾ ਸਕੂਲ ਨਾ ਜਾਂਦਾ ਹੋਵੇ। ਦੀਨਾਨਾਥ ਮਨ ਦੀਆਂ ਅੱਖਾਂ ਨਾਲ ਦੇਖਦਾ ਸੀ ਕਿ ਸਰਸਵਤੀ ਆਪਣੇ ਹੱਥੀ ਮੋਰ ਖੰਭ ਨਾਲ ਇਹਨਾਂ ਬੱਚਿਆਂ ਦੇ ਮਸਤਕਾਂ ਉੱਤੇ ਤੀਜਾ ਨੇਤਰ ਉਲੀਕ ਰਹੀ ਹੈ। ਤੁਸੀਂ ਬੇਟਾ ਅੱਜ ਦੇ ਟਾਈਮ ਦੇ ਵਿੱਚ ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ, ਜਿਵੇਂ ਚੰਡੀਗੜ੍ਹ ਹੋ ਗਿਆ, ਦਿੱਲੀ ਹੋ ਗਿਆ, ਉੱਥੇ ਦੇ ਜਿਹੜੇ ਬੱਚੇ ਨੇ ਨਾ, ਅਗਰ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਵੱਡੇ ਹੋ ਕੇ ਕੀ ਬਣਨਾ ਹੈ, ਤੁਹਾਨੂੰ ਉਹ ਚੀਜ਼ਾਂ ਦਾ ਪਤਾ ਵੀ ਨਹੀਂ ਹੋਣਾ ਕਿ ਉਹ ਬੱਚਿਆਂ ਦੇ ਕੀ ਸੁਪਨੇ ਨੇ, ਠੀਕ ਹੈ ਨਾ। ਇੱਕ ਬੱਚੇ ਦੀ ਮੈਂ ਖੁਦ ਸਟੋਰੀ ਸੁਣੀ ਹੈ। ਤੁਸੀਂ ਆਪਣੀ ਵੀਡੀਓ ਔਨ ਕਰ ਲਓ ਥੋੜਾ ਜਿਹਾ, ਆਪਣੀ ਕਲਾਸ ਰਜੇ ਥੋੜੀ ਜਿਹੀ ਰਹਿੰਦੀ ਹੈ ਸਿਰਫ। Many of us do not know who was Vikramjit Singh and what is the post of Indian Army, the top most post। ਵੀ ਇੰਡੀਅਨ ਆਰਮੀ ਦੀ ਸਭ ਤੋਂ ਗ੍ਰੇਟੈਸਟ, ਸਭ ਤੋਂ ਹਾਈ ਦਰਜਾ, ਸਭ ਤੋਂ ਉੱਚੇ ਦਰਜੇ ਦੀ ਪੋਸਟ ਕਿਹੜੀ ਹੈ। ਉਹ ਬੱਚੇ ਨੇ 4th ਕਲਾਸ ਦੇ ਵਿੱਚ ਟੌਪ ਕੀਤਾ ਸੀਗਾ ਤਾਂ ਉੱਥੇ ਉਹਨੂੰ ਪ੍ਰਾਈਜ਼ ਮਿਲਿਆ। ਤਾਂ ਉੱਥੇ ਵੈਸੇ ਹੀ ਕਿਸੇ ਨੇ ਪੁੱਛ ਲਿਆ ਵੀ ਤੂੰ ਕੀ ਬਣਨਾ। ਹੈਗੇ ਆ ਨਾ ਸੁਪਨੇ ਬੱਚਿਆਂ ਦੇ। ਸੋ ਬੇਟਾ ਇਹ ਜਿਨ੍ਹਾਂ ਨੂੰ ਪਤਾ ਹੈ ਨਾ ਕਿ ਸਟੱਡੀ ਦੀ ਕੀ ਵੈਲਿਊ ਹੈ, ਸੋ ਉਹੀ ਸੋਚਦੇ ਨੇ, ਠੀਕ ਹੈ ਨਾ। ਸੋ ਆਪਣੇ ਬਾਰੇ ਸੋਚੋ ਵੀ ਮੈਂ ਆਪਣੀ ਲਾਈਫ ਦੇ ਵਿੱਚ ਸੈਲਫ ਡਿਪੈਂਡੈਂਟ ਹੋਣਾ, ਮੈਂ ਕੁਝ ਬਣਨਾ ਹੈ, ਮੈਂ ਆਪਣੇ ਪੈਰਾਂ ਤੇ ਖੜਾ ਹੋਣਾ, ਠੀਕ ਹੈ ਨਾ। ਓਕੇ ਬੇਟਾ। ਉਸ ਤੋਂ ਬਾਅਦ ਹੈ ਤੀਜਾ ਨੇਤਰ ਸੀਗਾ ਜਿਹੜਾ ਉਹ ਚਾਹੁੰਦਾ ਸੀਗਾ ਵੀ ਲੱਗਦਾ ਸੀ ਉਹਨੂੰ ਕਿ ਸਰਸਵਤੀ ਮਾਤਾ ਉਲੀਕ ਰਹੀ ਹੈ। ਪਰ ਹੀਰਾ ਲਾਲ ਦੇ 7-8 ਸਾਲ ਦੇ ਮੁੰਡੇ ਦੇ ਲੱਛਣ ਉਹਨੂੰ ਮੁਕੰਦ ਦੇ ਵਿਦਿਆਰਥੀ ਜੀਵਨ ਦਾ ਚੇਤਾ ਕਰਵਾ ਦਿੰਦੇ। ਉਹ ਤਾਂ ਜਿਵੇਂ ਮਸਤ ਕੁੱਤੇ ਬੱਚੇ ਏਦਾਂ ਦੇ ਹੁੰਦੇ ਨਾ ਕਿ ਉਹਨਾਂ ਨੂੰ ਬਹੁਤ ਸਾਰੀਆਂ ਫੈਸਿਲਿਟੀਜ਼ ਮਿਲਦੀਆਂ ਨੇ ਪੇਰੈਂਟਸ ਵੱਲੋਂ ਕਿ ਹਾਂਜੀ ਬੇਟਾ ਪ੍ਰਿਯੰਕਾ ਬੋਲੋ ਬੱਚੇ। ਪ੍ਰਿਯੰਕਾ ਨਹੀਂ ਹੈਗਾ ਮੈਮ, ਮੈਂ ਹਰਸ਼ਾ ਹੀ। ਮੈਮ ਮੈਂ ਆਪਣੇ ਸਿਸਟਰ ਦੇ ਫੋਨ ਤੋਂ ਲਗਾ ਰਿਹਾ ਕਲਾਸ। ਮੈਮ ਮੇਰੇ ਕਲਾਸ ਦਾ ਨੈਟਵਰਕ ਹੀ ਨਹੀਂ ਆਉਂਦਾ ਜੀ। ਓਕੇ ਸੌਰੀ ਬੱਚੇ, ਰੇਂਜ ਨਹੀਂ ਮੈਨੂੰ ਆਉਂਦੀ ਹੈਗੀ, ਤੁਹਾਡੇ ਨੈਟਵਰਕ ਪ੍ਰੋਬਲਮ ਬਹੁਤ। ਮੈਮ ਮੈਂ ਉਹ ਤੋਂ ਫੋਨ ਤੋਂ ਬੇਟਾ ਮੈਮ ਸਾਨੂੰ ਪਹਿਲਾਂ ਸਿਮ ਵੀ ਚੇਂਜ ਕਰਵਾਇਆ। ਸਿਮ ਪਹਿਲਾਂ ਆਈਡੀਆ ਕਹਿੰਦੇ, ਆਈਡੀਆ ਦੀ ਰੇਂਜ ਮਤਲਬ ਇੱਧਰ ਆਉਂਦੀ ਨਹੀਂ ਸੀ, ਫਿਰ ਏਅਰਟੈਲ ਕਰਵਾਇਆ ਵੀ ਚਲ ਇੰਟਰਨੈਟ ਦੀ ਪ੍ਰੋਬਲਮ ਹੋਊਗੀ। ਫਿਰ ਇੰਟਰਨੈਟ ਦੀ ਪ੍ਰੋਬਲਮ ਹੁੰਦੀ, ਇੰਟਰਨੈਟ ਦੀ ਪ੍ਰੋਬਲਮ ਨਹੀਂ ਹੈਗੀ। ਮੈਮ ਸਿਸਟਰ ਕਲਾਸ ਲਗਾਉਂਦੀ ਹੈਗੀ ਮੇਰੀ, ਮੈਮ ਉਹਦੀ ਕਲਾਸ ਇੰਨੀ ਵਧੀਆ ਲੱਗਦੀ ਆ, ਉਹ ਤੁਸੀਂ ਸੋਚ ਵੀ ਨਹੀਂ ਸਕਦੇ। ਐਨ ਕਲੀਅਰਲੀ
ਆਵਾਜ਼ ਉਹਨੂੰ ਸੁਣਦੀ ਹੈ। ਤੇ ਮੈਮ ਇੱਕ ਮੇਰਾ ਭਾਈ ਹੈਗਾ ਯੁਵਰਾਜ, ਤੁਹਾਨੂੰ ਪਤਾ ਹੀ ਹੋਣਾ ਜੀ, ਮੈਂ ਉਹਦੀ ਵੀ ਕਲਾਸ ਵਧੀਆ ਲੱਗਦੀ ਹੈ ਜੀ। ਮੈਮ ਮੇਰੀ ਕਲਾਸ ਤੁਸੀਂ ਇੰਨੀ ਬੇਕਾਰ ਕਾਹਤੋਂ ਲਾ ਰਹੇ ਹੋ ਜੀ? ਬੱਚੇ ਮੈਂ ਥੋੜੀ ਨਾ ਕੁਛ ਕਰ ਰਹੀ ਹਾਂ, ਬਾਕੀ ਬੱਚੇ ਵੀ ਲਗਾ ਰਹੇ ਨੇ। ਦੇਖੋ ਮੈਂ ਨਹੀਂ ਬੇਟਾ ਕੁਛ ਕਰ ਰਹੀ ਹੈਗੀ। ਅਰੇ ਤੁਸੀਂ ਨਹੀਂ, ਮਤਲਬ ਸਕੂਲ ਵਾਲੇ ਲਾ ਲਓ ਜੀ, ਸਕੂਲ ਵਾਲੇ ਕਹੋ ਮਾੜਾ ਮੋਟਾ ਹੀ ਮਾੜਾ ਜਿਹਾ। ਬੇਟਾ ਐ ਦੇਖੋ ਥੋੜੀ ਤੁਹਾਡਾ ਹੁੰਦਾ ਮੜੀ। ਦੇਖੋ ਬੇਟਾ ਤੁਸੀਂ ਸਕੂਲ ਦੇ ਵਿੱਚ ਕਾਲ ਕਰ ਸਕਦੇ ਹੋ, ਗੱਲ ਕਰ ਸਕਦੇ ਹੋ, ਰਾਜਵੀਰ ਸਰ ਨਾਲ ਗੱਲ ਕਰ ਸਕਦੇ ਹੋ, ਠੀਕ ਹੈ ਨਾ। ਹੁਣ ਤੁਸੀਂ ਮੈਮ ਕੱਲ ਕਰੀ ਸੀ ਮੈਂ ਜਗਪ੍ਰੀਤ ਸਰ ਨੂੰ ਫੋਨ ਕਰਿਆ ਸੀ ਮੈਮ। ਜਗਪ੍ਰੀਤ ਸਰ ਨੂੰ ਕਰਿਆ ਤਾਂ ਫਿਰ ਜਗਪ੍ਰੀਤ ਸਰ ਕਹਿੰਦੇ ਕੋਈ ਦੇਖ ਲੈਂਦੇ ਆ। ਫਿਰ ਇੱਕ ਦਿਨ ਜ਼ੂਮ ਕਲਾਸ 'ਚ ਵਧੀਆ ਆਵਾਜ਼ ਆਈ, ਪਰ ਅਗਲੇ ਦਿਨ ਫਿਰ ਉਹੀ ਕੁਛ। ਫਿਰ ਮੈਂ ਇੱਕ ਦੋ ਵਾਰ ਸਕੂਲ 'ਚ ਵੀ ਜਾ ਕੇ ਆ ਚੁੱਕਿਆ ਜੀ। ਹੁਣ ਮੈਂ ਕੀ ਦੱਸੋ ਕੀ ਕਰਾਂ? ਹੁਣ ਮੈਂ ਨਹੀਂ ਬਾਰ ਬੇਟਾ ਬਾਰ ਮੈਮ ਸਕੂਲ 'ਚ ਆ ਜਾਊਂਗਾ ਜੀ, ਫਿਰ ਇਸ ਗੱਲ ਦਾ ਕੋਈ ਫਾਇਦਾ ਨਹੀਂ ਨਾ ਮੈਮ, ਮੈਂ ਬਾਰ ਬਾਰ ਫੋਨ ਕਰੀ ਜਾਊਂਗਾ ਜੀ। ਓਕੇ ਫਿਰ ਮੈਨੂੰ ਨਹੀਂ ਪਤਾ ਸੀ ਬੇਟਾ ਵੀ ਤੁਸੀਂ ਕਾਲ ਕਰ ਚੁੱਕੇ ਹੋ ਜਾਂ ਦੱਸ ਚੁੱਕੇ ਹੋ। ਬੱਚੇ ਤੁਹਾਡਾ ਗਰੁੱਪ ਜਦੋਂ ਓਪਨ ਹੁੰਦਾ ਨਾ, ਜਾਂ ਗਰੁੱਪ ਜਦੋਂ ਕਲੋਜ਼ ਹੁੰਦਾ ਉਸ ਟਾਈਮ ਤੇ ਲਾਸਟ ਮੈਸੇਜ ਤੁਹਾਨੂੰ ਪਤਾ ਹੈ ਕਿੰਨੇ ਵਜੇ, 2:30 ਵਜੇ ਸ਼ਾਇਦ ਗਰੁੱਪ ਕਲੋਜ਼ ਹੁੰਦੇ ਨੇ। ਤੁਸੀਂ ਆਪਣਾ ਮੈਸੇਜ ਛੱਡ ਦਿਓ ਕਿ ਹਾਂ ਮੈਮ ਜੋ ਵੀ ਪ੍ਰੋਬਲਮ ਹੈ ਤੁਹਾਡੀ, ਤੁਸੀਂ ਉੱਥੇ ਗਰੁੱਪ ਦੇ ਵਿੱਚ ਲਿਖ ਕੇ ਪਾਓ। ਪ੍ਰਿੰਸੀਪਲ ਮੈਮ ਨੂੰ ਕਹਿ ਦਿਓ ਜਾਂ ਮੈਮ ਮੈਮ। ਹਾਂਜੀ ਗਰੁੱਪ 'ਚ ਵੀ ਕਈ ਵਾਰ ਲਿਖ ਚੁੱਕਿਆ ਜੀ ਮੈਮ। ਗਰੁੱਪ 'ਚ ਮੈਸੇਜ ਦੇਖਿਓ ਜੀ, ਮੈਂ ਇਕੱਲੇ ਮੇਰੀ ਮੈਸੇਜ ਹੁੰਦੇ ਨੇਗੇ ਵੀ ਕਲਾਸ ਨਹੀਂ ਲੱਗ ਰਹੀ, ਕਲਾਸ ਨਹੀਂ ਲੱਗ ਰਹੀ। ਇਕੱਲੇ ਮੇਰੇ ਮੈਸੇਜ ਆਉਣਗੇ, ਹੋਰ ਕਿਸੇ ਦੇ ਮੈਸੇਜ ਨਹੀਂ ਹੁੰਦੇ ਜੀ। ਬੇਟਾ ਜਿਹੜੇ ਇੱਕ ਫੋਨ ਤੋਂ ਦੋ ਤੁਸੀਂ ਪਹਿਲਾਂ ਬੱਚੇ ਹੁਣ ਜੋ ਕਲਾਸ ਲਗਾ ਰਹੇ ਹੋ ਇਸੇ ਤੋਂ ਹੀ ਲਗਾ ਲਿਆ ਕਰੋ ਫਿਰ। ਮੈਮ ਉਹ ਫੋਨ ਦੀਦੀ ਦਾ, ਫਿਰ ਦੀਦੀ ਨੇ ਵੀ ਕਲਾਸ ਲਗਾਉਣੀ ਹੁੰਦੀ ਹੈ ਜੀ ਮੈਮ। ਹੁਣ ਉਹਦੀ ਹੁਣ 11:15 ਹੁਣ ਕਲਾਸ ਖਤਮ ਹੋਈ ਸੀ ਉਹਦੀ, ਉਦੋਂ ਬਾਅਦ ਬਸ ਹੁਣ ਮਤਲਬ 11:45 ਉਹਦੀ ਕਲਾਸ ਸਟਾਰਟ ਹੋ ਜਾਣੀ ਹੈ। ਬੇਟਾ ਫਿਰ ਇਹ ਤਾਂ ਨੈਟਵਰਕ ਦੀ ਪ੍ਰੋਬਲਮ ਨਾ ਤੁਹਾਡੇ ਵੱਲੋਂ ਹੈ। ਹੁਣ ਜੇ ਮੇਰੇ ਵੱਲੋਂ ਹੁੰਦੀ ਤਾਂ ਸਾਰੇ ਮੈਮ ਬੱਚੇ ਕਹਿੰਦੇ। ਬੱਚੇ ਬਾਕੀਆਂ ਨੂੰ ਮੇਰੀ ਆਵਾਜ਼ ਵਧੀਆ ਸੁਣਾਈ ਦੇ ਰਹੀ ਹੈ ਜਦੋਂ ਦਾ ਵੀ ਆਪਾਂ ਸ਼ੁਰੂ ਕੀਤੀ ਹੈ ਕਲਾਸ। ਹੋ ਸਕਦਾ ਚਲੋ ਸਾਰੀ ਦੀ ਆਪਾਂ ਗਾਰੰਟੀ ਨਹੀਂ ਲੈਂਦੇ, ਪਰ ਥੋੜੀ ਬਹੁਤ ਡਿਸਕਨੈਕਟ ਹੋ ਜਾਂਦੀ ਹੈ, ਇੰਨਾ ਕੁ ਪ੍ਰੋਬਲਮ ਹੁੰਦੀ ਹੈ। ਬਟ ਬਾਕੀ ਬੱਚਿਆਂ ਨੂੰ ਸਹੀ ਰਾਜੇ ਹੈਗਾ ਸੁਣ ਰਿਹਾ। ਮੈਮ ਇੱਕ ਮਿੰਟ ਜੇ ਸਾਡੇ ਵੱਲੋਂ ਨੈਟਵਰਕ ਦੀ ਪ੍ਰੋਬਲਮ ਹੁੰਦੀ ਤਾਂ ਓਪਨ ਹੀ ਨਹੀਂ ਹੁੰਦਾ ਲਿੰਕ ਟੀਚਰ। ਜੇ ਲਿੰਕ ਟੀਚਰ ਓਪਨ ਹੋ ਰਿਹਾ, ਤੁਹਾਡੀ ਪਿਕਚਰ ਵੀ ਸਾਫ਼ ਦਿਖ ਰਹੀ ਹੈ, ਤੁਸੀਂ ਐਨ ਬੋਲਦੇ ਦਿਖ ਰਹੇ ਹੋ, ਸਾਰਾ ਕੁਛ ਦਿਖ ਰਿਹਾ ਹੈਗਾ। ਬਟ ਆਪਾਂ ਕਹਿੰਦੇ ਵੀ ਚੱਲ ਨੈਟਵਰਕ ਦੀ ਪ੍ਰੋਬਲਮ ਆ ਤਾਂ ਸਕਰੀਨ ਵੀ ਨੀ ਸਾਫ਼ ਦੀ ਹੁੰਦੀ, ਕਈ ਵਾਰੀ ਦਿਖਦੀ ਨੀ ਹੁੰਦੀ ਨਾ, ਤਾਂ ਕਰਕੇ ਉਹ ਇਕੱਲੀ ਆਵਾਜ਼ ਦੀ ਪ੍ਰੋਬਲਮ ਆ ਰਹੀ, ਇਕੱਲੀ ਸਕਰੀਨ ਵੀ ਸਾਫ਼ ਦਿਖ ਰਹੀ ਹੈ, ਬਸ ਇਕੱਲੀ ਆਵਾਜ਼ ਦੀ ਬਹੁਤ ਪ੍ਰੋਬਲਮ ਆ ਰਹੀ ਟੀਚਰ। ਓਕੇ ਬੇਟਾ ਮੈਂ ਰਾਜੀਵ ਸਰ ਨਾਲ ਗੱਲ ਕਰ ਲਾਂਗੀ, ਤੁਹਾਡੀ ਪ੍ਰੋਬਲਮ ਮੈਂ ਦੱਸ ਦੂੰਗੀ। ਮੈਂ ਹੁਣੇ ਕਰੋ ਜੀ। ਦੱਸ ਦਿੰਦੀ ਹਾਂ ਜਾ ਕੇ ਤੁਹਾਡੀ ਕਲਾਸ ਤੋਂ ਬਾਅਦ। ਬਾਕੀ ਦੇਖੋ ਜਿਵੇਂ ਉਹ ਕਰਨਗੇ ਹਾਂ ਉਹ ਵੀ ਹੋਏਗਾ, ਠੀਕ ਹੈ। ਮੈਂ ਤੁਹਾਡੀ ਪ੍ਰੋਬਲਮ ਜ਼ਰੂਰ ਅੱਗੇ ਪਹੁੰਚਾ ਦਿੰਦੀ ਹਾਂ, ਠੀਕ ਹੈ ਨਾ। ਮੈਂ ਇੰਨਾ ਕਰ ਸਕਦੀ ਹਾਂ ਕਹਿ ਬੇਟਾ। ਦੋ ਮੈਮ ਮਾੜਾ ਜਿਹਾ ਪਲੀਜ਼। ਥੈਂਕ ਯੂ। ਬਿਲਕੁਲ ਜ਼ਰੂਰ ਕਹੂੰਗੀ ਮੈਂ ਤੁਹਾਡੇ ਵਾਸਤੇ। ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਮੈਂ ਜ਼ਰੂਰ ਹੈਲਪ ਕਰੂੰਗੀ। ਸੋ ਆਪਣਾ ਹਾਂ ਰਾਜੇ ਮਾੜੀ ਟੌਪਿਕ, ਹਾਂਜੀ। ਸੋ ਬੇਟਾ ਪਰ ਹੀਰਾ ਲਾਲ ਦੇ ਕਹਿੰਦੇ ਹੀਰਾ ਲਾਲ ਦਾ ਜਿਹੜਾ ਬੱਚਾ ਹੈ ਉਹ 7-8 ਸਾਲ ਦਾ ਹੈ, ਤੇ ਉਹਦਾ ਜਿਹੜਾ ਤੀਸਰਾ ਉਹ ਜਿਹੜਾ ਹੈਗਾ ਉਹਦੇ ਪੜ੍ਹਾਈ ਦੇ ਲੱਛਣ ਨਹੀਂ ਹੈਗੇ। ਤਾਂ ਉਹਦੇ ਮਸਤਕ ਤੇ ਕਹਿੰਦੇ ਉਹਨਾਂ ਨੂੰ ਲੱਗਦਾ ਕਿ ਸਰਸਵਤੀ ਮਾਤਾ ਜਿਹੜੀ ਉਹ ਲਿਖ ਰਹੀ ਹੈ, ਬਟ ਉਹ ਨਹੀਂ ਆਉਂਦਾ ਸਮਝ ਆਉਂਦਾ। ਸਕੂਲੋਂ ਪਰਤ ਕੇ ਉਹ ਬੱਸ ਦਾ ਸੁੱਟਦਾ ਤੇ ਕੱਪੜੇ ਬਦਲੇ ਬਿਨਾਂ ਹੀ ਗੇਂਦ ਬੱਲਾ ਲੈ ਕੇ ਘਰ ਨਾਲ ਲੱਗਦੇ ਛੋਟੇ ਜਿਹੇ ਮੈਦਾਨ ਵਿੱਚ ਨਿਕਲ ਜਾਂਦਾ। ਸੋ ਬੇਟਾ ਇਹ ਵੀ ਬੱਚਿਆਂ ਦੀ ਬਹੁਤ ਮਾੜੀ ਹੈਬਿਟ ਹੁੰਦੀ ਹੈ ਕਿ ਜਦੋਂ ਉਹ ਸਕੂਲ ਦਾ ਕੰਮ ਵੀ ਕੰਪਲੀਟ ਨਹੀਂ ਕਰਦੇ ਤੇ ਸਿੱਧਾ ਖੇਡਣ ਚਲੇ ਜਾਂਦੇ ਨੇ। ਸੋ ਇਹ ਚੀਜ਼ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਇਫੈਕਟ ਪੈਣਾ ਸਾਡੀ ਲਾਈਫ ਤੇ, ਠੀਕ ਹੈ। ਪੜ੍ਹਨਾ ਤੇ ਖੇਡਣਾ ਇਹਨਾਂ ਨੂੰ ਤੁਸੀਂ ਲਾਈਫ 'ਚ ਸਕਸੈਸਫੁਲ ਹੋਵੋਗੇ ਬੇਟਾ। ਉਸੇ ਵਰਗੇ ਖਰੀਦਣ ਜਾਂਦਾ ਸੀ, ਉਸੇ ਵਰਗੇ ਕੁਝ ਹੋਰ ਮੁੰਡੇ ਹੋਰ ਆ ਜੁੜਦੇ, ਫੇਰ ਖੇਡ ਦੀ ਗੱਲ ਚੱਲ ਹੁੰਦੀ। ਉਹਦੀ ਮਾਂ ਕੁਝ ਖਾ ਪੀ ਲੈਣ ਲਈ ਆਵਾਜ਼ਾਂ ਮਾਰਦੀ ਰਹਿੰਦੀ, ਪਰ ਉਹ ਕੋਈ ਧਿਆਨ ਨਾ ਦਿੰਦਾ, ਠੀਕ ਹੈ ਬੇਟਾ। ਸੋ ਅੱਜ ਦੀ ਜਿਹੜੀ ਆਪਣੀ ਕਲਾਸ ਹੈ ਉਹ ਕਾਫੀ ਮੇਰੇ ਖਿਆਲ 'ਚ ਵਧੀਆ ਰਹੀ ਹੈ, ਤੁਹਾਨੂੰ ਵੀ ਅੱਛਾ ਲੱਗਿਆ ਹੋਣਾ ਕਲਾਸ ਲਗਾ ਕੇ।
ਸੋ ਬੇਟਾ ਇਹ ਕੀ ਸੀਗਾ, ਇਹ ਸਾਰੇ ਦਾ ਸਾਰਾ ਲੈਸਨ ਤੁਹਾਨੂੰ ਲਾਈਫ ਬਾਰੇ ਦੱਸ ਰਿਹਾ ਕਿ ਆਉਣ ਵਾਲੀ ਜ਼ਿੰਦਗੀ 'ਚ ਕੀ ਹੁੰਦਾ ਹੈ। ਬਹੁਤ ਅੱਛੀ, ਜੇ ਸਟੋਰੀ ਨੂੰ ਤੁਸੀਂ ਇਹਨੂੰ ਖੁਦ ਪੜੋਗੇ ਨਾ, ਤੁਸੀਂ ਡਿਟੇਲ 'ਚ ਚਲੇ ਜਾਓਗੇ, ਕਿਉਂਕਿ ਤੁਹਾਡੇ ਸਾਹਮਣੇ ਹਰੇ ਪੂਰੀ ਲਾਈਫ ਪਈ ਹੈ। ਤੁਸੀਂ ਸ਼ੁਰੂ ਕਰਨਾ ਹੈ, ਤੁਸੀਂ ਜਿੱਧਰ ਨੂੰ ਚਲੇ ਜਾਓਗੇ ਉਧਰ ਹੀ ਤੁਹਾਡਾ ਕਰੀਅਰ ਬਣ ਜਾਣਾ, ਉਧਰ ਹੀ ਤੁਹਾਡੀ ਲਾਈਫ ਬਣ ਜਾਣੀ ਹੈ। ਸੋ ਆਪਣੇ ਆਪ ਬਾਰੇ ਜ਼ਰੂਰ ਸੋਚੋ ਵੀ ਮੈਂ ਕੁਛ ਕਰਨਾ ਹੈ, ਮੈਂ ਆਪਣੇ ਲਈ ਕੁਛ ਕਰਨਾ ਹੈ, ਕਿਸੇ ਵਾਸਤੇ ਨਹੀਂ, ਆਪਣੇ ਲਈ। ਆਪਣੇ ਆਪ ਬਾਰੇ ਸੋਚਿਆ ਕਰੋ ਹਮੇਸ਼ਾ, ਠੀਕ ਹੈ ਬੇਟਾ। So we will discuss our pending chapter in the next class. So time is last paragraph मैं पढ़ दिनी है चलो। पर ਉਹ ਕੋਈ ਧਿਆਨ ਨਾ ਦਿੰਦਾ, ਮਾਂ ਉਹਨੂੰ ਘੂਰ ਘੱਪ ਕੇ ਕੰਧ ਉੱਤੋਂ ਦੀ ਸੇਬ ਜਾਂ ਕੇਲਾ ਫੜਾ ਦਿੰਦੀ। ਉਹ ਇੱਕ ਅੱਧ ਬੁਰਕੀ ਭਰਦਾ ਤੇ ਬਾਕੀ ਭਗਾ ਕੇ ਸੁੱਟਦਿਆਂ ਰੌਲਾ ਪਾਉਂਦੇ ਮੁੰਡਿਆਂ ਵਿੱਚ ਜਾ ਰਲਦਾ। ਪਿਛਲੇ ਪਹਿਰ ਇੱਕ ਅਧਿਆਪਕ ਟਿਊਸ਼ਨ ਪੜ੍ਹਾਉਣ ਲਈ ਆਉਂਦਾ। ਉਹ ਅਣਮੰਨੇ ਜਿਹੇ ਮਨ ਨਾਲ ਘਰ ਪਰਤਦਾ, ਵਿਹੜੇ ਵਿੱਚ ਅਧਿਆਪਕ ਕੋਲ ਬੈਠਦਾ ਤੇ ਉਸਦੇ ਜਾਂਦਿਆਂ ਹੀ ਕਿਤਾਬਾਂ ਸੁੱਟ ਕੇ ਘਰੋਂ ਭੱਜ ਜਾਂਦਾ। ਦੀਨਾਨਾਥ ਇਸ ਮੁੰਡੇ ਵੱਲ ਦੇਖ ਕੇ ਦੁਖੀ ਹੁੰਦਾ ਤੇ ਉਹਦੇ ਖਰਾਬ ਹੋਣ ਦਾ ਕਾਰਨ ਸੁੱਖ ਸਾਧਨਾ ਦੀ ਬਹੁਲਤਾ ਨੂੰ ਸਮਝਦਾ ਸੀ। ਮੋਸਟਲੀ ਇਹੀ ਹੋ ਰਿਹਾ ਰਾਜੇ ਅੱਜ ਕੱਲ। ਸੋ ਪੜ੍ਹਨਾ ਤੁਸੀਂ ਆਪਣੇ ਵਾਸਤੇ ਹੈ, ਕਦੇ ਵੀ ਮਜਬੂਰੀ ਨਾ ਸਮਝੋ ਬੇਟਾ ਸਟੱਡੀ ਨੂੰ, ਫਿਰ ਤਾਂ ਪਛਤਾਵਾ ਹੀ ਰਹਿ ਜਾਂਦਾ ਹੈ। ਮੈਂ ਤਾਂ ਇੰਨਾ ਹੀ ਕਹਾਂਗੀ, ਅੱਜ ਦਾ ਟਾਈਮ ਹੈ, ਜਿੰਨਾ ਵੀ ਕਰਾਇਆ, ਚਾਹੇ ਮੈਂ ਤੁਹਾਨੂੰ ਲੈਸਨ ਪੜ੍ਹਾਇਆ ਤਾਂ ਵੀ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਲੈਸਨ ਇੱਕ ਵਾਰੀ ਖੁਦ ਰੀਡ ਕਰੋ। ਸੋ ਦੈਟਸ ਇਟ ਫॉर ਟੁਡੇ ਬੱਚੇ। ਮੈਨੂੰ ਵੀ ਬਹੁਤ ਵਧੀਆ ਲੱਗਿਆ ਤੁਹਾਡੀ ਕਲਾਸ ਲਗਾ ਕੇ। ਸੀ ਯੂ ਇਨ ਦ ਨੈਕਸਟ ਕਲਾਸ। ਸੋ ਇਸ ਤੋਂ ਬਾਅਦ ਕਮਰਸ ਦੇ ਗਰੁੱਪ ਦਾ ਬੇਟਾ ਲੈਕਚਰ ਹੈਗਾ ਅਕਾਊਂਟ ਦਾ 12 ਵਜੇ। 2 ਲੈਕਚਰ ਹੋਣਗੇ ਬੇਟਾ, ਅਟੈਂਡ ਕਰਨੇ ਨੇ ਕਮਰਸ ਵਾਲਿਆਂ ਨੇ ਜ਼ਰੂਰ। ਥੈਂਕ ਯੂ ਫॉर ਅਟੈਂਡਿੰਗ ਦ ਕਲਾਸ ਬੇਟਾ।